Good morning, everyone. This is Millie Goyal, and we are back with a new topic that is the ਜਨਰਲ ਆਰਗੈਨਿਕ ਕੈਮਿਸਟਰੀ। ਤੋਂ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਬੇਟਾ ਆਰਗੈਨਿਕ ਕੈਮਿਸਟਰੀ ਨੂੰ ਸਟਾਰਟ ਕਰਦੇ ਆ। ਉਹਦਾ ਬੇਸਿਕ ਕਰਾਂਗੇ, ਕਿਹੜੀਆਂ-ਕਿਹੜੀਆਂ ਉਹਦੇ ਚ ਟਰਮਸ ਹੁੰਦੀਆਂ ਨੇ ਉਹਨੂੰ ਸਟੱਡੀ ਕਰਾਂਗੇ। ਠੀਕ ਹੈ, ਤਾਂ ਆਰਗੈਨਿਕ ਕੈਮਿਸਟਰੀ ਦਾ ਜਿਹੜਾ ਬੇਸ ਹੈ ਇਹਨੂੰ ਆਪਾਂ GOC ਦੇ ਨਾਮ ਨਾਲ ਵੀ ਪੜ੍ਹਦੇ ਆ, that is the ਜਨਰਲ ਆਰਗੈਨਿਕ ਕੈਮਿਸਟਰੀ। ਠੀਕ ਹੈ, ਜਿਹਦੇ ਚ ਆਪਣੇ ਕੋਲੇ ਸਾਰੀਆਂ ਬੇਸਿਕ ਟਰਮਸ ਆਉਣਗੀਆਂ। ਬੇਸਿਕ ਟਰਮਸ ਤੋਂ ਮਤਲਬ ਕੀ ਹੈ ਕਿ ਆਰਗੈਨਿਕ ਕੈਮਿਸਟਰੀ ਦੇ ਵਿੱਚ ਆਪਾਂ ਕਿਹਦੇ ਨਾਲ ਡੀਲ ਕਰਦੇ ਆ। ਠੀਕ ਹੈ, ਤਾਂ ਜਿੰਨਾ ਚਿਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਦੇ ਚ ਕੀ ਚੀਜ਼ ਹੁੰਦੀ ਹੈ, ਕਿਹੜੀ ਚੀਜ਼ ਕਿਵੇਂ ਬਿਹੇਵ ਕਰਦੀ ਆ, ਉਹਨਾਂ ਚਿਰ ਆਪਾਂ ਇਹਦੇ ਟੈਕਨੀਕਲ ਪਾਰਟ ਦੇ ਉੱਤੇ ਮੂਵ ਨਹੀਂ ਕਰਾਂਗੇ। ਠੀਕ ਹੈ, ਕਿਉਂਕਿ ਆਰਗੈਨਿਕ ਇਹ ਮੈਂ ਵੀ ਸਮਝਦੀ ਕਿ ਆਰਗੈਨਿਕ ਬਹੁਤ ਬੱਚਿਆਂ ਨੂੰ ਜਿਹੜਾ ਹੈਗਾ ਉਹ ਟਫ ਟੌਪਿਕ ਲੱਗਦਾ ਹੈ। ਉਹਦਾ ਰੀਜ਼ਨ ਇਹੀ ਹੁੰਦਾ ਹੈ ਕਿ ਆਪਾਂ ਜਿਹੜਾ ਹੈਗਾ ਬੇਸ ਨੂੰ ਛੱਡ ਕੇ ਰਿਐਕਸ਼ਨਸ ਤੇ ਮੂਵ ਕਰ ਜਾਂਦੇ ਆ ਕਿ ਸਾਨੂੰ ਰਿਐਕਸ਼ਨਸ ਨਹੀਂ ਆਉਂਦੀਆਂ, ਸਾਨੂੰ ਰਿਐਕਟੈਂਟ ਦਾ ਪਤਾ ਲੱਗ ਜਾਂਦਾ ਪਰ ਰਿਐਕਸ਼ਨ ਸ਼ੁਰੂ ਕਿਵੇਂ ਕਰੀਏ ਉਹ ਨਹੀਂ ਪਤਾ ਲੱਗਦਾ। ਤਾਂ ਇਸ ਪ੍ਰੋਬਲਮ ਨੂੰ ਦੂਰ ਕਰਨ ਦਾ ਸਿਰਫ ਇੱਕੋ ਹੀ ਟੈਕਨੀਕ ਹੁੰਦੀ ਹੈ ਕਿ ਵੀ ਹੈਵ ਟੂ ਸਟਾਰਟ ਇਟ ਫਰੋਮ ਦਾ ਬੇਸ। ਠੀਕ ਹੈ, ਤਾਂ ਬਿਲਕੁਲ ਬੇਸ ਤੋਂ ਸਟਾਰਟ ਕਰਾਂਗੇ, ਚਾਹੇ ਤੁਹਾਨੂੰ ਆਉਂਦਾ ਹੋਵੇ ਬਟ ਮੇਰਾ ਕੰਮ ਹੈ ਉਹਨੂੰ ਜ਼ੀਰੋ ਤੋਂ ਸਟਾਰਟ ਕਰਾਉਣਾ। ਠੀਕ ਹੈ, ਆਉਂਦਾ ਤਾਂ ਵੈਲ ਐਂਡ ਗੁੱਡ, ਤੁਹਾਡਾ ਰਿਵੀਜ਼ਨ ਹੋ ਜੂਗੀ। ਤਾਂ ਇਹਨੂੰ ਆਪਾਂ ਅੱਜ ਸਟਾਰਟ ਕਰਾਂਗੇ ਰਾਜੇ ਕਾਰਬਨ ਤੋਂ। ऑर्गेनिक केमिस्ट्री इज ऑल अबाउट द कार्बन। ठीक है, कार्बन एक यह जा इस ऑर्गेनिक केमिस्ट्री का पार्ट है जिहदे तो बिना केमिस्ट्री ऑर्गेनिक केमिस्ट्री नूं पढ़ना फिजिबल नहीं हैगा। ठीक है, तो इस करके पहला आपां कार्बन बारे थोड़ा जिहा स्टडी करांगे। अज कार्बन की चीज है, आपां नूं इह पता है कि वन ऑफ द एलीमेंट है पीरियोडिक टेबल दा, जिहदा एटॉमिक नंबर कितना हुंदा है 6, मास कितना हुंदा है 12। ठीक है जी, ਆਪਾਂ ਆਈਸੋਟੋਪ ਦੀ ਗੱਲ ਨਹੀਂ ਕਰ ਰਹੇ, ਜਿਹੜਾ ਐਲੀਮੈਂਟ ਨੇਚਰ 'ਚ ਐਗਜ਼ਿਸਟ ਕਰਦਾ ਐਲੀਮੈਂਟਲ ਫਾਰਮ ਦੇ ਵਿੱਚ, ਉਹਦੀ ਡਿਸਕ੍ਰਿਪਸ਼ਨ ਆ ਹੁੰਦੀ ਹੈ। ਇਹਨੂੰ ਆਪਾਂ ਲਿਖਦੇ ਕਿਵੇਂ ਆ, ਇੱਥੇ ਸੌਰੀ ਆ ਕਾਰਬਨ ਹੈ, ਇੱਥੇ ਦਾ ਕੀ ਆ ਜਾਊਗਾ ਐਟੋਮਿਕ ਨੰਬਰ, ਇੱਥੇ ਆ ਜਾਊਗਾ ਮਾਸ ਨੰਬਰ। ਤੁਸੀਂ ਯੂਜੂਅਲੀ ਹਰੇਕ ਐਲੀਮੈਂਟ ਨੂੰ ਇਸ ਤਰੀਕੇ ਨਾਲ ਲਿਖਿਆ ਹੋਇਆ ਦੇਖੋਗੇ। ਠੀਕ ਹੈ, ਨੈਕਸਟ ਆ ਜਾਂਦਾ ਹੁਣ ਇਸ ਕਾਰਬਨ ਦੀ ਜਿਹੜੀ ਕਨਫੀਗਰੇਸ਼ਨ ਹੈ ਉਹ ਕੀ ਹੁੰਦੀ ਹੈ। 1s2 6 ਇਲੈਕਟ੍ਰੋਨ ਫਿਲ ਕਰਨੇ ਆਪਾਂ, 1s2 2s2 2p2 हो गए 6। ਤਾਂ ਇਹਦੇ ਵੈਲੈਂਸ ਸ਼ੈਲ ਚ ਕਿੰਨੇ ਇਲੈਕਟ੍ਰੋਨ ਹੋ ਗਏ। ਵੈਲੈਂਸ ਸ਼ੈਲ ਅਗੇਨ ਆਪਾਂ ਰਿਪੀਟ ਕਰ ਰਹੇ ਹਾਂ, ਕੈਮੀਕਲ ਬੌਂਡਿੰਗ ਚ ਆਲਰੇਡੀ ਸਾਰਾ ਕੁਝ ਪੜ੍ਹ ਕੇ ਆਏ ਆ। ਵੈਲੈਂਸ ਸ਼ੈਲ ਚ ਕਿੰਨੇ ਇਲੈਕਟ੍ਰੋਨ ਨੇ 4 ਇਲੈਕਟ੍ਰੋਨ। ਠੀਕ ਹੈ, that means ਕਿ ਇਹਨੂੰ ਆਪਦਾ ਆਕਟੇਟ ਪੂਰਾ ਕਰਨ ਵਾਸਤੇ ਕਿੰਨੇ ਇਲੈਕਟ੍ਰੋਨ ਹੋਰ ਚਾਹੀਦੇ ਨੇ, 4 ਹੀ ਹੋਰ ਚਾਹੀਦੇ ਆ। ਤਾਂ ਇਹ ਕਿੰਨੇ ਬੌਂਡ ਬਣਾਊਗਾ, 4 ਬੌਂਡ ਬਣਾਊਗਾ। that means 4 ਬੌਂਡ ਇਲੈਕਟ੍ਰੋਨ ਇਹਦੇ ਆਪਦੇ ਆ ਪਲੱਸ 4 ਇਲੈਕਟ੍ਰੋਨ ਇਹ ਬੌਂਡਿੰਗ ਕਰਕੇ ਲਊਗਾ। ਟੋਟਲ ਕਿੰਨੇ ਹੋ ਜਾਣਗੇ 8 ਇਲੈਕਟ੍ਰੋਨ ਐਂਡ ਇਟਸ ਆਕਟੇਟ ਵਿਲ ਬੀ ਕੰਪਲੀਟਡ। ਠੀਕ ਹੈ, क्लियर। ਤਾਂ ਇੱਥੋਂ ਇੱਕ ਚੀਜ਼ ਆਪਣੇ ਕੋਲੇ ਕਲੀਅਰ ਹੁੰਦੀ ਹੈ ਬੇਟਾ ਕਿ ਕਾਰਬਨ ਹਮੇਸ਼ਾ ਕਿੰਨੇ ਬੌਂਡ ਬਣਾਉਂਦਾ ਹੈ, 4 ਬੌਂਡ ਬਣਾਉਂਦਾ ਹੈ। ਇਹ ਸਭ ਤੋਂ ਪਹਿਲਾ ਇੰਪੋਰਟੈਂਟ ਪੁਆਇੰਟ ਹੈ। ਠੀਕ ਹੈ, ਕਾਰਬਨ always form the 4 bonds, 4 bonds। नहीं भी बनाऊगा ਤਾਂ ਵੀ ਕੋਈ ਦਿੱਕਤ ਨਹੀਂ ਹੈ। ਇਹ ਨਹੀਂ ਹੈ ਵੀ ਇਹ ਕਿਉਂ ਨਹੀਂ ਬਣਾਇਆ ਇਹਨੇ, ਜਾਂ ਇਹ ਆਏ ਨਹੀਂ ਹੈਗਾ ਵੀ ਇਹ ਬਣਾ ਹੀ ਨਹੀਂ ਸਕਦਾ ਇਦੋਂ ਘੱਟ ਬੌਂਡ। ਬਟ ਕਾਰਬਨ ਮੈਕਸਿਮਮ ਕਿੰਨੇ ਬੌਂਡ ਬਣਾਉਂਦਾ ਹੈ, 4 ਬੌਂਡ ਬਣਾਉਂਦਾ ਹੈ। ਤੇ ਜਦੋਂ ਇਹ 4 ਬੌਂਡ ਬਣਾ ਲੈਂਦਾ ਇਟ ਵਿਲ ਗੈਟ ਮੋਸਟ ਸਟੇਬਲ, ਉਦੋਂ ਇਹ ਕੀ ਹੁੰਦਾ ਹੈਗਾ ਮੋਸਟ ਸਟੇਬਲ ਹੁੰਦਾ। ਠੀਕ ਹੈ, ਹੁਣ ਦੂਜੀ ਗੱਲ, ਇਹ ਜਿਹੜੇ 4 ਬੌਂਡ ਬਣਾਉਣੇ ਆ ਉਹਦੇ ਚ ਸਿਗਮਾ ਬੌਂਡ ਵੀ ਬਣ ਸਕਦਾ ਹੈ ਤੇ ਪਾਈ ਬੌਂਡ ਵੀ ਬਣ ਸਕਦਾ। ਅੰਡਰਸਟੂਡ। ਦੂਜੀ ਗੱਲ ਕੀ ਹੈ ਕਿ ਕਾਰਬਨ ਇਜ਼ ਅ ਨॉन ਮੈਟਲ। ठीक है, तो यह मोस्टली प्रेफर करता केड़ा बॉन्ड, कोवलेंट बॉन्ड। कोवलेंट बॉन्डिंग च कार्बन हमेशा पार्टिसिपेट करता है। क्लियर। ठीक है, तो ये अपने कोले की हो गया कार्बन जिहड़ा हैगा। सब तो पहला आपां इहदी बेसिक इंट्रोडक्शन कीती है कि इहदे कोले 6 इलैक्ट्रॉन हुंदे ने, जिन्हां चों 4 वैलेंस इलैक्ट्रॉन ने, 4 होर इलैक्ट्रॉन ये शेयर करके की बॉन्ड कर लैंदा है। 8 इलैक्ट्रॉन आपदे पूरे कर लैंदा, ऑक्टेट पूरा कर लैंदा ते यह स्टेबल हो जाता है। 4 बॉन्ड जिहड़े ये बनाऊगा उन्हां चों सिग्मा भी बन सकता है ते पाई भी बन सकता है। ठीक है, ते प्लस किहड़े तरह का बॉन्ड बनाऊगा, कोवलेंट बॉन्ड। आयनिक बॉन्ड दी बनन दी प्रोबेबिलिटी बहुत घट हुंदी है कार्बन दी ड्यू टू इट्स लोअर इलैक्ट्रोनेगेटिविटी। ठीक है, तो ये हो गया अपने कोले बेसिक इन्फॉर्मेशन। नाउ अगर अपने कोले कार्बन जिहड़ा हैगा इत्थे कर दिया आ कोवलेंट बॉन्ड बनाऊगा, 4 बॉन्ड बनाऊगा, तो जदों कार्बन ने सारे दे सारे केड़े बॉन्ड बनाए हुए सिग्मा, तो उदों इहदी जिहड़ी स्ट्रक्चर है रजे वो की होगी, 4 इलैक्ट्रॉन पेयर वाली स्ट्रक्चर केड़ी हुंदी है। वी हैव ऑलरेडी डन दैट।
टेट्राहेड्रल, ठीक है। इत्थे कोई भी होवे ए बी पी क्यू, कोई भी चार चाहे डिफरेंट होन चाहे सेम होन, इट डजंट मेक एनी डिफरेंस। जदों चार सिग्मा बॉन्ड होणगे तां स्ट्रक्चर विल ऑलवेज बी द टेट्राहेड्रल स्ट्रक्चर, ठीक है। जदों पाई बॉन्ड आ गया अपने कोले तां स्ट्रक्चर जिहड़ी हैगी वो जरूरी नहीं हैगा भी किहड़ी होवे टेट्राहेड्रल, ठीक है। तां ओहदे आपां सिग्मा बॉन्ड दे बेस ते स्ट्रक्चर नूं दसदे हां कि किन्ने बॉन्ड सिग्मा ने ओहदे बेस ते स्ट्रक्चर दसी जाऊगी, ठीक है। नैक्सट आ गया कार्बन दी एक होर बहुत ही वधिया प्रॉपर्टी है, दैट इज द कैटिनेशन। कार्बन हैज मैक्सिमम टेंडेंसी टू फॉर्म द कैटिनेशन। कैटिनेशन की हुंदी आ सैल्फ लिंकिंग प्रॉपर्टी, इथे लिख सकते हो तुसी सैल्फ लिंकिंग प्रॉपर्टी। सैल्फ लिंकिंग प्रॉपर्टी का मतलब की हुंदा है आपदे आप नाल बॉन्ड बनाना, ठीक है। तो हरेक बहुत सारे एलिमेंट यह जे ने, हुण H2 है एदी भी सैल्फ लिंकिंग है, कैटिनेशन हैगी आ। O2 है ये भी कैटिनेशन कर रहा है। S8 है सल्फर दी कैटिनेशन काफी हाई हुंदी है, कार्बन तो बाद एदी ही हुंदी है, ठीक है। सेकंड हाईएस्ट कैटिनेशन पावर किहदी हुंदी हैगी सल्फर दी। उस तो बाद जिवें P4 आ गया, ठीक है, फॉस्फोरस है, ये नेचर च इसे फॉर्म च एग्जिस्ट करते हैं, तो यह कैटिनेशन हुंदी है। दस कार्बन भी अपने कोले हजारां लखां मॉलिक्यूल इस तरीके नाल एक चेन दे विच हुंदे ने, जिन्हों आपां की कह दिंदे आ कैटिनेशन। कैटिनेशन बेसिकली आपदे आप नाल बॉन्ड बनाउण नूं कह दिंदे आ, ठीक है। तो कार्बन दी मैक्सिमम टेंडेंसी हुंदी है कैटिनेशन शो करन दी, जिवें कि आपां डायमंड देखदे आ, डायमंड हार्डेस्ट सबसटेंस है, सारे दे सारे जिहड़े कार्बन है ओहदे च आपदे नाल ही अटैच्ड हुंदे ने, हरेक कार्बन टेट्राहेड्रली एक दूजे नाल ही जुड़िया हुंदा, लाइक दिस। आपां कीता सी ऑलरेडी सॉलिड स्टेट च कि इहदा नेटवर्क स्ट्रक्चर हुंदा है ना। तो सारे दे सारे कार्बन जिहड़े हैगे आ वो सिंगल बॉन्डेड हुंदे ने, सिग्मा बॉन्डेड हुंदे ने, प्लस उन्हां दे विच जिहड़ा हैगा स्ट्रक्चर है टेट्राहेड्रल है, एंड इहदे स्ट्रक्चर नूं आपां नेटवर्क स्ट्रक्चर भी कह दिंदे आ, जाल दी फॉर्म दे विच हुंदा है। क्लीयर, ये सारा कुछ आपां कार्बन बारे पढ़ लिया जी। हुण आपां कार्बन तो अगे मूव करांगे, द सेकंड मोस्ट इंपॉर्टेंट एलिमेंट ऑफ द ऑर्गेनिक केमिस्ट्री, दैट इज द हाइड्रोजन। हाइड्रोजन जिहड़ा हैगा फर्स्ट एलिमेंट ऑफ द पीरियोडिक टेबल है। पीरियोडिक टेबल दे विच एटॉमिक नंबर कितना है, 1, ते मास नंबर भी कितना है, या एटॉमिक मास भी कितना है, 1, ठीक है। तो H11 जिन्हों आपां अगर इहदे आइसोटोप्स दी फॉर्म दे विच देखिए तो दिस विल बी प्रोटियम, इहदा नाम ही प्रोटियम है। इहदे दो आइसोटोप होर हुंदे हैं, H12 दैट इज ड्यूटीरियम, ठीक है, H13 ट्रीटियम। These are the isotopes. Isotopes ਆਪਾਂ ਕਿਹਨੂੰ ਕਹਿ ਦਿੰਦੇ ਆ, ਜਿਹਦਾ ਐਟੋਮਿਕ ਨੰਬਰ ਸੇਮ ਹੋਵੇ ਮਾਸ ਨੰਬਰ ਡਿਫਰੈਂਟ ਹੋਵੇ, ਉਹਨੂੰ ਆਪਾਂ ਆਈਸੋਟੋਪ ਕਹਿ ਦਿੰਦੇ ਆ। ਵੈਰੀ ਬੇਸਿਕ ਕਨਸੈਪਟ, ਠੀਕ ਹੈ। ਆਪਣੇ ਵਾਸਤੇ ਰਿਕੁਆਇਰਡ ਆਰਗੈਨਿਕ ਕੈਮਿਸਟਰੀ ਚ ਕੱਲਾ ਆਹੀ ਹੈ, ਬਟ ਜਸਟ ਫॉर द ਇਨਫੋਰਮੇਸ਼ਨ ਆਪਾਂ ਇਹਨੂੰ ਕਰ ਰਹੇ ਹਾਂ ਕਿਉਂਕਿ ਹਾਈਡਰੋਜਨ ਐਜ਼ ਅ ਇੰਡੀਵਿਜੂਅਲ ਚੈਪਟਰ ਆਪਣੇ ਸਿਲੇਬਸ ਦਾ ਪਾਰਟ ਹੈ, ਉਹਨੂੰ ਆਪਾਂ ਅੱਡ ਤੋਂ ਕਰਾਂਗੇ ਇਨ ਦਾ ਇਨਆਰਗੈਨਿਕ ਕੈਮਿਸਟਰੀ, ਠੀਕ ਹੈ। ਤਾਂ ਹਾਈਡਰੋਜਨ ਦੇ ਬਾਰੇ ਰਾਜੇ ਪਹਿਲਾ ਐਲੀਮੈਂਟ ਹੈ, ਐਟੋਮਿਕ ਮਾਸ ਵੀ ਕਿੰਨਾ ਹੈ, 1 ਹੈ। ਅਗेन इट इज अ नॉन मेटल, ठीक है, नॉन मेटल है। दूसरी गल की है कि यह जिहड़ा हैगा कार्बन ते इहदी जिहड़ी इलैक्ट्रोनैगेटिविटी है, कार्बन दी कितनी हुंदी है, मान लो 2.1 है, हाइड्रोजन दी कितनी हुंदी है 2.2, बस इन्ना ही फर्क है, ठीक है। तो ये अपने कोले दोनों की जिहड़ी इलैक्ट्रोनैगेटिविटी है वो लगभग की हुंदी है, सेम हुंदी है, इस करके दोनों कोवलेंटली बॉन्डेड हुंदे ने, आयनिक बॉन्ड इन्हां च बन नहीं सकदा। क्लीयर है जी, ठीक है। हाइड्रोजन बारे बहुता कोई इन्फॉर्मेशन, ये हमेशा एक बॉन्ड बनाउंदा है ते एक बॉन्ड किहड़ा होऊगा, सिग्मा बॉन्ड होऊगा, ठीक है। क्लीयर है, चलो जी। हुण आपां टर्म करनी है बेटा, हुण मूव करांगे आपां हाइड्रोकार्बन्स ते। हाइड्रोकार्बन्स जिहदे तो अक्सर सारे ऑर्गेनिक केमिस्ट्री नूं स्टार्ट करदे आ, हाइड्रोकार्बन्स, ठीक है। हाइड्रोकार्बन्स फर्स्टली इज द कंबीनेशन ऑफ टू वर्ड्स, जिहड़े आपां हुणे दो कीते आ, हाइड्रोजन ते कार्बन। हाइड्रोजन ते कार्बन दी जिहड़ी केमिस्ट्री है उस केमिस्ट्री नूं की कह दिंदे आपां, ऑर्गेनिक केमिस्ट्री, ठीक है। तो ऑर्गेनिक केमिस्ट्री बेसिकली ऑर्गेनिक वर्ड का मतलब की हुंदा, जिहड़ा प्लांट्स ते एनीमल्स तो मिलदा आपां नूं, ठीक है। तो इहदे च आपां जनरली जिहड़े आपां पढ़ांगे जिहड़े हाइड्रोकार्बन्स हुंदे ने, उह च मोस्टली प्लांट्स ते एनीमल्स तो भी मिलदे आ, प्लस उन्हां दे डेरिवेटिव्स भी हुंदे आ जिहड़े कि सिंथेटिकली मेड हुंदे आ, ठीक है। हाइड्रोकार्बन्स एंड इट्स डेरिवेटिव्स। डेरिवेटिव का मतलब की हुंदा, जदों आपां डेरिवेटिव वर्ड लैने आ तो उहदे च की हुंदा राजे, जदों कार्बन ते हाइड्रोजन किसी भी हाइड्रोकार्बन चों
ਇੱਕ ਹਾਈਡਰੋਜਨ ਨੂੰ ਜਾਂ ਇੱਕ ਤੋਂ ਜ਼ਿਆਦਾ ਹਾਈਡਰੋਜਨਸ ਨੂੰ ਰਿਮੂਵ ਕਰਕੇ ਉਹਦੀ ਥਾਂ ਤੇ ਕੋਈ ਬਾਹਰਲਾ ਐਲੀਮੈਂਟ ਲਾ ਦਈਏ, ਉਹ ਕੀ ਬਣ ਜਾਂਦਾ ਹੈ? ਡੈਰੀਵੇਟਿਵ। ਠੀਕ ਹੈ, ਜਿਵੇਂ ਆਪਾਂ ਕੀ ਲਾ ਦਈਏ? ਆਕਸੀਜਨ, ਸਲਫਰ, ਫਾਸਫੋਰਸ, ਨਾਈਟ੍ਰੋਜਨ, ਜਦੋਂ ਇਹ ਸਾਰੇ ਐਲੀਮੈਂਟ ਨॉन ਮੈਟਲਸ ਲੱਗ ਜਾਂਦੀਆਂ ਨੇ ਤਾਂ ਉਹ ਕੀ ਬਣ ਜਾਂਦਾ ਹੈ? ਹਾਈਡਰੋਕਾਰਬਨ ਡੈਰੀਵੇਟਿਵ। ਠੀਕ ਹੈ, ਤਾਂ ਕਈ ਵਾਰੀ ਇਹਦੇ 'ਚ ਕਨਫਿਊਜ਼ਨ ਹੋ ਜਾਂਦੀ ਹੈ ਵੀ ਡੈਰੀਵੇਟਿਵ ਕਿਹਨੂੰ ਕਹਿੰਦੇ ਆ, ਅਸੀਂ ਤਾਂ ਜੀ ਹਾਈਡਰੋਕਾਰਬਨ ਹੀ ਪੜਿਆ ਹੋਇਆ। ਤਾਂ ਹਾਈਡਰੋਕਾਰਬਨ ਬੇਸਿਕਲੀ ਇਟ ਇਜ਼ ਦਾ ਕੰਬੀਨੇਸ਼ਨ ਆਫ ਟੂ ਵਰਡਸ ਹਾਈਡਰੋਜਨ ਐਂਡ ਕਾਰਬਨ। ਇਹਨਾਂ ਤੋਂ ਬਣ ਕੇ ਮਿਲੇ ਹੋਏ ਇਹਨਾਂ ਤੋਂ ਮਿਲ ਕੇ ਬਣੇ ਹੋਏ ਕੰਪਾਊਂਡਸ ਨੂੰ ਆਪਾਂ ਕੀ ਕਹਿੰਦੇ ਆ? ਹਾਈਡਰੋਕਾਰਬਨਸ। ਨਾਓ ਥੀਸ ਆਰ ਆਫ 3 ਟਾਈਪਸ। 3 ਤਰ੍ਹਾਂ ਦੇ ਹੁੰਦੇ ਨੇ। ਕਿਹੜੇ ਕਿਹੜੇ? ਹਾਂ ਚਲੋ ਐਂ ਕਰ ਲਓ, ਪਹਿਲਾਂ ਬੇਸਿਕ ਕਲਾਸੀਫਿਕੇਸ਼ਨ ਕਰਦੇ ਆ ਆਪਾਂ, ਉਹਨੂੰ ਮੈਂ ਬਾਅਦ ਚ ਲਿਖਣਾ ਸੀਗਾ। ਬੇਸਿਕ ਕਲਾਸੀਫਿਕੇਸ਼ਨ ਕਰ ਲਓ। ਇੱਕ ਹੁੰਦੇ ਨੇ ਸੈਚੂਰੇਟਿਡ ਤੇ ਇੱਕ ਹੁੰਦੇ ਨੇ ਅਨਸੈਚੂਰੇਟਿਡ। ਠੀਕ ਹੈ ਜੀ, ਸੈਚੂਰੇਟਿਡ ਐਂਡ ਅਨਸੈਚੂਰੇਟਿਡ। ਸੈਚੂਰੇਟਿਡ ਹਾਈਡਰੋਕਾਰਬਨਸ ਕਿਹੜੇ ਹੁੰਦੇ ਆ? ਜਿਨ੍ਹਾਂ ਚ ਸਾਰੇ ਦੇ ਸਾਰੇ ਕੀ ਹੋਣ? ਸਿਗਮਾ ਬੌਂਡਸ, all ਸਿਗਮਾ ਬੌਂਡਸ, नो पाई बॉन्ड, ਜਿਹਦੇ ਚ ਕੋਈ ਪਾਈ ਬੌਂਡ ਇਨਕਲੂਡਡ ਨਾ ਹੋਵੇ, ਸਾਰੇ ਦੇ ਸਾਰੇ ਸਿੰਗਲ ਬੌਂਡ ਹੋਣ ਤੇ ਸਿਗਮਾ ਬੌਂਡ ਹੋਣ, ਉਹਨੂੰ ਆਪਾਂ ਕੀ ਕਹਿ ਦਿੰਦੇ ਆਗੇ? ਸੈਚੂਰੇਟਿਡ ਹਾਈਡਰੋਕਾਰਬਨਸ। ਤੇ ਇਹਦੀ ਕੈਟਾਗਰੀ ਚ ਇੱਕੋ ਹੀ ਆਉਂਦੀ ਹੈ ਅੱਗੇ ਕਲਾਸ ਜਿਹੜੀ ਹੈਗੀ ਹੈ, that is the alkanes। ਠੀਕ ਹੈ, ਨੈਕਸਟ ਆ ਗਿਆ ਅਨਸੈਚੂਰੇਟਿਡ, ਜਿਹਦੇ ਚ ਸਿਗਮਾ ਪਲੱਸ ਪਾਈ ਬੌਂਡਸ, ਸਿਗਮਾ ਤਾਂ ਹੋਣ ਹੀ ਹੋਣ ਤੇ ਨਾਲ ਹੀ ਕੀ ਹੋਣ? ਪਾਈ ਬੌਂਡਸ ਵੀ ਹੋਣ। ਠੀਕ ਹੈ, ਇਹਦੇ ਚ ਫਰਦਰ 2 ਕਲਾਸਿਸ ਆ ਜਾਂਦੀਆਂ, ਇੱਕ ਆ ਜਾਂਦੀ ਹੈ ਅਲਕੀਨਸ ਤੇ ਇੱਕ ਆ ਜਾਂਦੀ ਹੈ ਅਲਕਾਈਨਸ। ਠੀਕ ਹੈ, alkanes, alkenes and alkynes, these 3 are the basic classes of the hydrocarbons। ਇਹ ਤੋਂ ਬਿਨਾ ਵੀ ਹੁੰਦੀਆਂ ਨੇ, ਠੀਕ ਹੈ, ਪਰ ਜਿਹੜੀਆਂ ਬੇਸਿਕ ਨੇ ਉਹ 3 ਹੀ ਹੈ ਤੇ ਆਪਣੇ ਕੰਮ ਦੀਆਂ ਵੀ ਇਹੀ ਹੈ। ਜਿਹੜੀਆਂ ਅੱਗੇ ਆਉਣਗੀਆਂ ਉਹ ਜਿਵੇਂ ਜਿਵੇਂ ਚੈਪਟਰ ਚ ਰਿਕੁਆਇਰਡ ਹੋਊਗਾ ਉਵੇਂ ਉਵੇਂ ਇੰਟਰੋਡਿਊਸ ਕਰਾਂਗੇ ਉਹਨੂੰ, ਇੱਥੇ ਫਿਲਹਾਲ ਪੜ੍ਹਨ ਦੀ ਲੋੜ ਨਹੀਂ ਹੈ। ਠੀਕ ਹੈ, ਨਾਓ ਫਰਸਟਲੀ ਇਹਦੇ ਚ ਕੀ ਹੈ? ਆਪਾਂ ਨੂੰ ਇਹ ਪਤਾ ਹੈ ਕਿ ਸਾਰੇ ਸਿੰਗਲ ਬੌਂਡ ਹੋਣਗੇ। ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ that is the general formula। ਐਲਕੇਨਸ ਦਾ ਜਨਰਲ ਫਾਰਮੂਲਾ ਕੀ ਹੁੰਦਾ? ਹਮੇਸ਼ਾ CnH2n + 2 where n is any natural number and so on। ਕੋਈ ਵੀ ਨੈਚੁਰਲ ਨੰਬਰ ਹੈ, ਹੋਲ ਨੰਬਰ ਨਹੀਂ ਕਹਿਣਾ, ਨੈਚੁਰਲ ਨੰਬਰ। ਠੀਕ ਹੈ, ਕਈ ਵਾਰੀ ਕਈ ਜਾਣੇ ਹੋਲ ਨੰਬਰ ਕਹਿ ਦਿੰਦੇ ਆ, ਹੋਲ ਨੰਬਰ ਚ ਨਾ 0 ਇਨਕਲੂਡ ਹੋ ਜਾਂਦੀ ਹੈ, ਤਾਂ 0 ਤਾਂ ਇਨਕਲੂਡਡ ਹੁੰਦੀ ਨਹੀਂ, ਦੈਟ ਮੀਨਸ ਕਾਰਬਨ ਹੀ ਖਤਮ ਹੋ ਗਏ ਜੇ ਆਪਾਂ 0 ਲੈ ਲਿਆ। ਤਾਂ ਨੈਚੁਰਲ ਨੰਬਰ ਕਹਿਣਾ ਇਹਨੂੰ, ਹੋਲ ਨੰਬਰ ਨਹੀਂ ਕਹਿਣਾ। ਠੀਕ ਹੈ, ਇਹਦਾ ਜਨਰਲ ਫਾਰਮੂਲਾ ਕੀ ਹੁੰਦਾ? CnH2n where n ਜਿਹੜਾ ਹੈਗਾ ਉਹ ਇੱਥੇ 2 ਤੋਂ ਸ਼ੁਰੂ ਹੁੰਦਾ। ਡਬਲ ਬੌਂਡ ਹਮੇਸ਼ਾ 2 ਕਾਰਬਨਸ ਚ ਹੋਊਗਾ ਨਾ, ਤਾਂ ਇੱਥੇ 2 ਤੋਂ ਸ਼ੁਰੂ ਹੋਊਗਾ and so on। ਅਲਕਾਈਨਸ ਦਾ ਜਨਰਲ ਫਾਰਮੂਲਾ ਹੈ CnH2n - 2, n ਅਗੇਨ 2 ਤੋਂ ਹੀ ਸ਼ੁਰੂ ਹੁੰਦਾ। ਠੀਕ ਹੈ, ਇਹਦੇ ਚ ਆਪਾਂ 1 ਤੋਂ ਸ਼ੁਰੂ ਕਿਉਂ ਨਹੀਂ ਕਰ ਸਕਦੇ? ਕਿਉਂਕਿ ਆਪਾਂ ਡਬਲ ਬੌਂਡ ਦਿਖਾਉਣੇ ਆ। ਐਲਕੀਨਸ ਹੁੰਦਾ ਜਿਹਦੇ ਚ ਐਟਲੀਸਟ 1 ਡਬਲ ਬੌਂਡ ਹੋਵੇ ਤੇ ਅਲਕਾਈਨ ਹੁੰਦਾ ਜਿਹਦੇ ਚ ਐਟਲੀਸਟ 1 ਟ੍ਰਿਪਲ ਬੌਂਡ ਹੋਵੇ। ਕਲੀਅਰ ਹੈ? ਠੀਕ ਹੈ, ਐਟਲੀਸਟ 1 ਡਬਲ ਬੌਂਡ ਤੇ ਐਟਲੀਸਟ 1 ਟ੍ਰਿਪਲ ਬੌਂਡ ਇਨ ਅਲਕੀਨਸ ਐਂਡ ਅਲਕਾਈਨਸ ਰਿਸਪੈਕਟਿਵਲੀ। ਕਲੀਅਰ ਹੈ? ਤਾਂ ਇਹ ਆਪਣੇ ਕੋਲੇ ਬੇਸ ਆ ਰਾਜੇ ਆਰਗੈਨਿਕ ਕੈਮਿਸਟਰੀ ਦਾ, ਐਲਕੇਨ, ਐਲਕੀਨ ਤੇ ਅਲਕਾਈਨਸ। ਇਹਨਾਂ ਨੂੰ ਆਪਾਂ ਸੈਚੂਰੇਟਿਡ ਤੇ ਅਨਸੈਚੂਰੇਟਿਡ ਦੀ ਕੈਟਾਗਰੀ ਚ ਡਿਵਾਈਡ ਕਰ ਦਿੰਦੇ ਆ। ਇਹਦੇ ਚ ਆਪਾਂ ਹੋਰ ਕੀ ਦੱਸ ਸਕਦੇ ਆ? ਬਸ ਹੋਰ ਕੁਝ ਖਾਸ ਇੰਪੋਰਟੈਂਟ ਨਹੀਂ ਹੈ। ਐਗਜ਼ਾਮਪਲਸ ਕਰ ਸਕਦੇ ਆ। ਦੇਖੋ ਐਗਜ਼ਾਮਪਲਸ ਜਿਹੜੀਆਂ ਹੈਗੀਆਂ ਨੇ, ਜਿਵੇਂ ਮੰਨ ਲਓ ਮੈਂ ਤੁਹਾਨੂੰ ਕਹਤਾ C2H4, ਹੁਣ ਇਹ ਕਿਹੜੀ ਕੈਟਾਗਰੀ ਚ ਆ ਗਿਆ? ਐਲਕੇਨ, ਐਲਕੀਨ, ਅਲਕਾਈਨ। CnH2n ਇਹਦਾ ਡਬਲ ਹੈ, ਸਿੱਧਾ ਪਿਆ, ਤਾਂ ਦਿਸ ਇਜ਼ ਦਾ ਐਲਕੀਨ। ਇਹਦਾ ਨਾਮ ਹਜੇ ਆਪਾਂ ਨਹੀਂ ਲਿਖਾਂਗੇ ਕਿਉਂਕਿ ਕੀਤਾ ਨਹੀਂ ਹੋਇਆ, ਹੁਣ ਇਸ ਤੋਂ ਬਾਅਦ ਉਹ ਕਰਾਂਗੇ। ਠੀਕ ਹੈ, ਥਰਡ ਆ ਜਾਂਦਾ ਆਪਣੇ ਕੋਲੇ C3H ਕਿੰਨਾ ਆ ਗਿਆ? 4, C3H4। ਤਾਂ ਹੁਣ ਇਹਦੇ ਚ ਇਹ ਆਪਾਂ ਨੂੰ ਨਾ ਸਿੱਧਾ ਪਤਾ ਲੱਗਦਾ ਹੈ ਕਿ ਜੇ ਤਾਂ ਜਮਾ ਡਬਲ ਹੋਊਗਾ ਤਾਂ ਉਹ ਐਲਕੀਨ ਹੈ, ਜੇ ਡਬਲ ਤੋਂ ਵੀ ਜ਼ਿਆਦਾ ਹੋਊਗਾ ਤਾਂ ਅਲਕੇਨ ਹੈ, ਜੇ ਡਬਲ ਤੋਂ ਘੱਟ ਆ ਗਿਆ ਤਾਂ ਉਹ ਅਲਕਾਈਨ ਹੈ। ਠੀਕ ਹੈ, ਤਾਂ ਅਗਰ ਤੁਹਾਨੂੰ ਫਾਰਮੂਲਾ ਨਹੀਂ ਵੀ ਪਤਾ ਤਾਂ ਇਹਨੂੰ ਤੁਸੀਂ ਇਸ ਤਰੀਕੇ ਨਾਲ ਵੀ ਯਾਦ ਕਰ ਸਕਦੇ ਹੋ। ਜੇ ਤਾਂ ਐਗਜ਼ੈਕਟਲੀ ਡਬਲ ਹੈ ਕਾਰਬਨ ਦਾ ਤਾਂ ਐਲਕੀਨ ਆ ਗਿਆ,
जे डबल तो भी ज्यादा है तो अल्काइन आ गया, जे डबल तो घट है तो एल्काइन आ गया, एल्कीन आ गया पहला वाला। ठीक है, चलो तो ये हो गया अपने कोले एल्केन, एल्कीन एंड अल्काइन। नेक्स्ट बेटा आप स्टार्ट करांगे IUPAC नोमेनक्लेचर। नोमेनक्लेचर का मतलब हुंदा नामकरण। किसी भी ऑर्गेनिक कंपाउंड का या इनऑर्गेनिक कंपाउंड का जिहड़ा नाम है वो किस तरीके नाल रखा जाता है, किस तरीके नाल डिसाइड किया जाता है, दैट इज गिवन बाय द ऑर्गेनाइजेशन जिन्होंने आपां की कहने आगे IUPAC, IUPAC भी कह देंगे। ठीक है, फर्स्ट ऑफ ऑल वी नीड टू नो द फुल फॉर्म ऑफ IUPAC, इंटरनेशनल यूनियन ऑफ प्योर एंड अप्लाइड केमिस्ट्री, यूनियन ऑफ प्योर एंड अप्लाइड केमिस्ट्री। क्वेश्चन ਇਹਦੇ ਤੇ ਵੀ ਆ ਸਕਦਾ ਹੈ। आई एम नॉट श्योर कि पिछले पेपर च आया कि नहीं, मैं देखा नहीं किसी च, पर पूछ सकते हैं। ठीक है, ਹੁਣ ਆਪਾਂ एक ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਕਿਸੇ ਵੀ ਆਰਗੈਨਿਕ ਮੋਲੀਕਿਊਲ ਦੇ ਨਾਮ ਨੂੰ ਡਿਸਾਈਡ ਕਰਦੀ ਹੈ, ਉਹਨੇ ਕੁਝ ਰੂਲਸ ਬਣਾਏ ਹੋਏ ਹੈ, ਉਹਦੇ ਅਕੋਰਡਿੰਗ ਆਪਾਂ ਕੀ ਕਰਦੇ ਆ, ਕਿਸੇ ਵੀ ਆਰਗੈਨਿਕ ਕੰਪਾਊਂਡ ਦੇ ਨਾਮ ਨੂੰ ਲਿਖਦੇ ਆ। ਠੀਕ ਹੈ, ਤਾਂ ਹੁਣ ਆਪਾਂ ਉਹ ਰੂਲਸ ਨੂੰ ਪੜਨ ਤੋਂ ਪਹਿਲਾਂ ਕੀ ਕਰਾਂਗੇ, ਇੱਕ ਪੈਟਰਨ ਪੜਾਂਗੇ ਜਿਹਦੇ ਅਕੋਰਡਿੰਗ ਹਰੇਕ ਨਾਮ ਲਿਖਿਆ ਜਾਂਦਾ ਹੈ। ਇਫ ਵੀ ਨੋ दैट ਪੈਟਰਨ, ਜਦੋਂ ਵੀ ਤੁਸੀਂ ਆਰਗੈਨਿਕ ਕੈਮਿਸਟਰੀ ਦਾ ਕੋਈ ਵੀ ਨਾਮ ਲਿਖਣਾ ਹੈ, ਕਿਸੇ ਵੀ ਮੋਲੀਕਿਊਲ ਦਾ ਕੋਈ ਵੀ ਨਾਮ ਲਿਖਣਾ ਹੈ, ਤਾਂ ਉਸ ਪੈਟਰਨ ਨੂੰ ਪਹਿਲਾਂ ਪੇਜ ਦੇ ਉੱਪਰ ਲਿਖਣਾ ਹੈ, ਉਸ ਤੋਂ ਬਾਅਦ ਨਾਮ ਆਪਣੇ ਆਪ ਲਿਖਿਆ ਜਾਊਗਾ। ਠੀਕ ਹੈ, ਰੂਲਸ ਆਪਾਂ ਬਾਅਦ ਚ ਪੜਾਂਗੇ, ਪਹਿਲਾਂ ਪੈਟਰਨ ਪੜ੍ਹਦੇ ਹਾਂ, दैट इज प्राइमरी प्रीफिक्स प्लस सेकेंडरी प्रीफिक्स प्लस वर्ड रूट प्लस प्राइमरी सफिक्स प्लस सेकेंडरी सफिक्स। ठीक है, ਤਾਂ ਇਹ ਆਪਣੇ ਕੋਲੇ ਇੱਕ ਪੈਟਰਨ ਹੈ ਜਿਹਦੇ ਅਕੋਰਡਿੰਗ ਕਿਸੇ ਵੀ ਆਰਗੈਨਿਕ ਮੋਲੀਕਿਊਲ ਦਾ ਜਿਹੜਾ ਨੇਮ ਹੈ ਉਹ ਲਿਖਿਆ ਜਾਂਦਾ ਹੈ। ਨਾਓ ਹੁਣ ਆਪਾਂ ਮਤਲਬ ਸਮਝਣਾ ਹੈ ਕਿ ਆ ਪ੍ਰੀਫਿਕਸ ਤੇ ਸਫਿਕਸ ਪ੍ਰਾਇਮਰੀ ਸੈਕੰਡਰੀ ਹੁੰਦਾ ਕੀ ਹੈ, ਇਹਦਾ ਕੀ ਮਤਲਬ ਹੈ। ਪ੍ਰੀਫਿਕਸ ਤੇ ਸਫਿਕਸ ਆਪਾਂ ਛੋਟੇ ਹੁੰਦੇ ਸਾਰੇ ਪੜ੍ਹਦੇ ਆ, ਜਿਹਨੂੰ ਅਗੇਤਰ ਪਛੇਤਰ ਵੀ ਕਹਿ ਦਿੰਦੇ ਆ। ਠੀਕ ਹੈ, ਪ੍ਰੀਫਿਕਸ ਹੁੰਦਾ ਜਿਹੜਾ ਅੱਗੇ ਲੱਗਦਾ ਹੈ, ਸਫਿਕਸ ਹੁੰਦਾ ਜਿਹੜਾ ਪਿੱਛੇ ਲੱਗਦਾ ਹੈ। ਪ੍ਰਾਇਮਰੀ ਤੇ ਸੈਕੰਡਰੀ ਦੋ ਤਰ੍ਹਾਂ ਦੇ ਹੁੰਦੇ ਨੇ। ਠੀਕ ਹੈ, ਇੱਕ ਮੇਨ ਤਾਂ प्राइमरी प्रीफिक्स हमेशा की हुंदा राजे, दैट इज नोन एज द सबस्टिट्यूएंट। सबस्टिट्यूएंट की हुंदा है, किसी भी हाइड्रोजन नू रिप्लेस करके लग्या होया कोई अनदर एलिमेंट या कोई अनदर ग्रुप, दैट इज कॉल्ड द सबस्टिट्यूएंट, जेड़ा कि किसी भी हाइड्रोकार्बन दे विच हाइड्रोजन नू सबस्टिट्यूट करदा है। सबस्टिट्यूट का मतलब की हुंदा है, थोनू हटा के कोई होर जाना थोड़ी जगह ले ले, दैट इज कॉल्ड द सबस्टिट्यूट। ठीक है, ਉਹਨੂੰ ਆਪਾਂ सबस्टिट्यूट कह ਦਿੰਦੇ ਆ। ਤਾਂ ਹਾਈਡਰੋਜਨ ਨੂੰ ਹਟਾ ਕੇ ਕਿਸੇ ਵੀ ਹਾਈਡਰੋਕਾਰਬਨ ਚ ਜਿਹੜਾ ਕੋਈ ਉਹਦੀ ਜਗ੍ਹਾ ਤੇ ਲੱਗਦਾ ਹੈ ਵਿਦਆਊਟ ਡਿਸਟਰਬਿੰਗ ਦਾ ਫੰਕਸ਼ਨੈਲਿਟੀ ਆਫ दैट ਆਰਗੈਨਿਕ ਮੋਲੀਕਿਊਲ, ਉਹਨੂੰ ਆਪਾਂ ਕੀ ਕਹਿੰਦੇ ਆ, सबस्टिट्यूएंट। ਠੀਕ ਹੈ, ਸੈਕੰਡਰੀ ਸਫਿਕਸ ਹਮੇਸ਼ਾ ਕੀ ਹੁੰਦਾ ਬੇਟਾ, ਇਹ ਸਿਰਫ ਉਹਦੇ ਕੇਸ ਚ ਲੱਗਦਾ ਹੈ ਜਦੋਂ ਆਪਣੇ ਕੋਲੇ ਕਲੋਜ਼ਡ ਸਟਰਕਚਰ ਹੁੰਦੀ ਹੈ। क्लोज्ड का मतलब इनू आपां समझण वास्ते रिंग स्ट्रक्चर भी कह दिंदे आ। तां जिहड़ा सेकेंडरी सफिक्स सेकेंडरी प्रीफिक्स है, दैट इज कॉल्ड साइक्लो। साइक्लो वर्ड हमेशा उत्थे लगूगा जिथे साइक्लिक कंपाउंड होऊगा। ओपन चेन ते या स्ट्रेट चेन ते तां आपां ला नहीं ना सकदे। ठीक है, तो इस करके ये हमेशा यूज नहीं हुंदा। सेकेंडरी प्रीफिक्स हमेशा उत्थे लगदा जिथे रिंग स्ट्रक्चर अपने कोले आऊगी। ठीक है, उदों बिना लगदा नहीं है, इस करके इनू लिखदे जरूर आ, बट सिर्फ उत्थे रिक्वायर्ड हुंदा जिथे अपने कोले साइक्लिक कंपाउंड होऊगा। अंडरस्टूड। नेक्स्ट आ गया वर्ड रूट। वर्ड रूट रिप्रेजेंट करदा नंबर ऑफ कार्बन एटम्स नू, नंबर ऑफ कार्बन एटम्स। ठीक है, नेक्स्ट आ गया प्राइमरी सफिक्स। प्राइमरी सफिक्स की हुंदा है, मल्टीप्लिसिटी ऑफ द बॉन्ड। मल्टीप्लिसिटी ऑफ बॉन्ड मतलब की होया कि ਇਹਦੇ ਚ सिंगल बॉन्ड है, डबल बॉन्ड है कि ट्रिपल बॉन्ड है। ठीक है, ਜਿਹੜਾ ਕਿ ਆਪਾਂ ਪਹਿਲਾਂ ਕਰਕੇ ਆਏ ਆ। ਜੇ सिंगल बॉन्ड होऊगा ਤਾਂ ਉਹਨੂੰ एन ਨਾਲ एंड अप करांगे,
ਡਬਲ ਹੋਊਗਾ ਤਾਂ ਉਹਨੂੰ ਈਨ ਨਾਲ ਕਰਾਂਗੇ, ਟ੍ਰਿਪਲ ਹੋਊਗਾ ਤਾਂ ਉਹਨੂੰ ਆਇਨ ਨਾਲ ਕਰਾਂਗੇ। ਐਲਕੇਨ, ਐਲਕੀਨ, ਅਲਕਾਈਨ, ਤਾਂ ਉਹਦੇ ਪਿਛਲੇ ਆਪਾਂ ਵਰਡਸ ਚੱਕ ਲਏ ਏਨ, ਈਨ ਤੇ ਆਇਨ। ਇਹ ਤਿੰਨ ਪ੍ਰਾਇਮਰੀ ਸਫਿਕਸ ਨੇ, ਏਨ, ਈਨ, ਆਇਨ, ਡਿਪੈਂਡਿੰਗ ਅਪਨ ਦਾ ਗਿਵਨ ਬੌਂਡ ਇਨ ਦਾ ਮੋਲੀਕਿਊਲ, ਠੀਕ ਹੈ। Secondary suffix, which is the most important portion of this pattern, that is given by the functional group. Functional group. ਫੰਕਸ਼ਨਲ ਗਰੁੱਪ ਇੱਕ ਇਹੋ ਜਿਹਾ ਗਰੁੱਪ ਹੁੰਦਾ ਹੈ, ਦੇਖੋ ਹੁਣ ਫੰਕਸ਼ਨਲ ਗਰੁੱਪ ਤੇ ਸਬਸਟੀਟਿਊਐਂਟ ਚ ਕੀ ਫਰਕ ਹੈ। ਫੰਕਸ਼ਨਲ ਗਰੁੱਪ ਵੀ ਹਾਈਡਰੋਜਨ ਨੂੰ ਹਟਾ ਕੇ ਲੱਗਦਾ ਹੈ, ਸਬਸਟੀਟਿਊਐਂਟ ਵੀ ਹਾਈਡਰੋਜਨ ਨੂੰ ਹਟਾ ਕੇ ਲੱਗਦਾ ਹੈ। ਨਾਓ what is the meaning of functional group and what is the difference between substituent and functional group? ਫੰਕਸ਼ਨਲ ਗਰੁੱਪ ਇੱਕ ਇਹੋ ਜਿਹਾ ਗਰੁੱਪ ਹੁੰਦਾ ਹੈ ਜਿਹਨੂੰ ਅਗਰ ਆਪਾਂ ਕਿਸੇ ਵੀ ਆਰਗੈਨਿਕ ਮੋਲੀਕਿਊਲ ਚ ਇੰਟਰੋਡਿਊਸ ਕਰ ਦਈਏ ਤਾਂ ਉਹ ਪੂਰੇ ਦੇ ਪੂਰੇ ਮੋਲੀਕਿਊਲ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੈ ਉਹਨੂੰ ਕੀ ਕਰ ਦੂਗਾ, ਚੇਂਜ ਕਰ ਦੂਗਾ। ਇੱਕ ਜਮਾਂ ਨਵਾਂ ਮੋਲੀਕਿਊਲ ਆਪਣੇ ਕੋਲੇ ਜਨਰੇਟ ਹੋ ਜਾਊਗਾ ਜਿਹੜਾ ਕਿ ਸਬਸਟੀਟਿਊਐਂਟ ਦੇ ਲੱਗਣ ਨਾਲ ਨਹੀਂ ਹੁੰਦਾ। ਉਹਦੀਆਂ ਫਿਜ਼ੀਕਲ ਪ੍ਰੋਪਰਟੀਜ਼ ਬਦਲ ਸਕਦੀਆਂ ਨੇ ਬਟ ਇੱਕ ਮੋਲੀਕਿਊਲ ਜਿਹੜਾ ਹੈਗਾ ਉਹ ਇੱਕ ਬੇਸਿਕ ਮੋਲੀਕਿਊਲ ਉਹਦਾ ਕੀ ਰਹੂਗਾ, ਸੇਮ ਰਹੂਗਾ ਬਟ ਉਹਦੇ ਚ ਇੱਕ ਐਡ ਔਨ ਹੋ ਜਾਊਗਾ, that is called the substituent। ਬਟ ਫੰਕਸ਼ਨਲ ਗਰੁੱਪ ਕੀ ਹੁੰਦਾ ਕਿ ਇਹਨੇ ਪੂਰੇ ਦਾ ਪੂਰਾ ਮੋਲੀਕਿਊਲ ਹੀ ਬਦਲ ਦੇਣਾ, ਠੀਕ ਹੈ। ਤਾਂ ਇਹ ਆਪਣੇ ਕੋਲੇ ਕੀ ਹੁੰਦਾ ਹੈਗਾ, ਫੰਕਸ਼ਨਲ ਗਰੁੱਪ, ਜਿਹੜਾ ਕਿ ਕਿਸੇ ਵੀ ਮੋਲੀਕਿਊਲ ਦੇ ਫੰਕਸ਼ਨਸ ਨੂੰ, ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਨੂੰ ਹੋਲਡ ਕਰਦਾ ਹੈ, that is called the functional group। ਅੰਡਰਸਟੂਡ? ਕਰਾਂਗੇ ਆਪਾਂ ਐਗਜ਼ਾਮਪਲਸ ਕਰਾਂਗੇ, ਠੀਕ ਹੈ। ਆਪਣੇ ਕੋਲੇ ਕੁਝ ਫਿਕਸਡ ਸਬਸਟੀਟੂਐਂਟਸ ਨੇ ਤੇ ਕੁਝ ਫਿਕਸਡ ਹੀ ਫੰਕਸ਼ਨਲ ਗਰੁੱਪਸ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਕੁਐਸਚਨ ਆਉਂਦਾ ਤੇ ਜਿਹੜੇ ਪੜ੍ਹੇ ਜਾਂਦੇ ਆ, ਠੀਕ ਹੈ। ਆ ਕਲੀਅਰ ਹੈ ਇੰਨਾ ਸਾਰਿਆਂ ਨੂੰ, ਠੀਕ ਹੈ। ਇਫ ਯੂ ਹੈਵ ਐਨੀ ਡਾਊਟ ਬੇਟਾ, ਜਿਹੜੇ ਬੱਚੇ ਤੁਸੀਂ ਲਾਈਵ ਹੋ ਜਿਨ੍ਹਾਂ ਨੂੰ ਵੀ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ। ਮਨਪ੍ਰੀਤ ਧਿਆਨ ਰੱਖੀਏ ਅਗਰ ਕੋਈ ਮੈਸੇਜ ਕਲੀਅਰ। ਚਲੋ ਨੈਕਸਟ ਆ ਗਿਆ, ਹੁਣ ਆਪਾਂ ਸ਼ੁਰੂ ਕਰਾਂਗੇ ਨਾਮ ਕਿਵੇਂ ਲਿਖੀਦਾ। ਤਾਂ ਉਹਦੇ ਵਾਸਤੇ ਆਪਾਂ ਜਿਹੜੀਆਂ ਟਰਮਸ ਨੂੰ ਇੰਟਰੋਡਿਊਸ ਕੀਤਾ, ਪਹਿਲਾਂ ਇੱਥੇ ਕੀ ਲਿਖਿਆ, ਸਬਸਟੀਟੂਐਂਟ। ਫਿਰ ਆਪਣੇ ਵਾਸਤੇ ਜ਼ਰੂਰੀ ਚੀਜ਼ ਜਿਹੜੀ ਹੈਗੀ that is word roots, ਠੀਕ ਹੈ। ਫਿਰ ਆਪਣੇ ਕੋਲੇ ਹੈਗਾ ANI9 ਦਾ, ਆਪਣੇ ਕੋਲੇ ਕੋਈ ਚੱਕਰ ਨਹੀਂ, ਉਹ ਜਦੋਂ ਆਪਾਂ ਨੂੰ ਸਟਰਕਚਰ ਆਈ ਤਾਂ ਦਿਖ ਜਾਣਾ, ਠੀਕ ਹੈ। ਉਹਦੇ ਚ ਕਿਹੜੇ ਕਿਹੜੇ ਬੌਂਡ ਹੈ, ਇੱਕ ਆ ਗਿਆ ਆਪਣੇ ਕੋਲੇ ਫੰਕਸ਼ਨਲ ਗਰੁੱਪ, ਉਹੀ ਆ ਵਰਡ ਰੂਟ ਹੁੰਦੇ ਨੇ, ਠੀਕ ਹੈ। ਹੁਣ ਆਪਾਂ ਸਬਸਟੀਟੂਐਂਟਸ ਨੂੰ ਇੰਟਰੋਡਿਊਸ ਕਰਦੇ ਹਾਂ। ਸਭ ਤੋਂ ਪਹਿਲਾ ਸਬਸਟੀਟੂਐਂਟ ਹੈਗਾ that is Cl, ਜਿਵੇਂ ਕਲੋਰੋ, ਕੋਈ ਗੱਲ ਨਹੀਂ, ਕਲੋਰੋ, ਠੀਕ ਹੈ। ਦੂਸਰਾ ਕੀ ਹੈ ਆਪਣੇ ਕੋਲੇ, ਅਗਲਾ ਜਿਹੜਾ ਹੈਗਾ that is the, ਜਿਵੇਂ Cl ਲਿਖਤਾ ਉਵੇਂ ਕਲੋਰੋ ਹੈ, ਉਵੇਂ ਬ੍ਰੋਮੋ ਹੋ ਜਾਊਗਾ, ਉਵੇਂ ਫਲੋਰੋ ਹੋ ਜਾਊਗਾ, ਜਿਹੜੇ ਸੇਮ ਗਰੁੱਪ ਦੇ ਹੈ, ਠੀਕ ਹੈ। ਫਲੋਰੀਨ, ਕਲੋਰੀਨ, ਬ੍ਰੋਮੀਨ ਤੇ ਆਇਓਡੀਨ, ਉਹਨੂੰ ਤੁਸੀਂ ਆਪੇ ਲਿਖ ਸਕਦੇ ਹੋ ਕਲੋਰੋ, ਫਲੋਰੋ, ਬ੍ਰੋਮੋ ਤੇ ਆਇਓਡੋ, ਬ੍ਰੋਮੋ, ਫਲੋਰੋ, ਠੀਕ ਹੈ। ਇਹ ਆਪਣੇ ਕੋਲੇ ਕੀ ਆ ਗਏ, ਬੇਸਿਕ 4 ਸਬਸਟੀਟੂਐਂਟਸ ਆ ਗਏ। ਹੁਣ ਦੇਖੋ ਜੇ ਇਹ ਕਿਸੇ ਹਾਈਡਰੋਕਾਰਬਨ ਚ ਲੱਗ ਵੀ ਜਾਣ, ਇਹਨਾਂ ਦਾ ਆਪਦਾ ਕੋਈ ਫੰਕਸ਼ਨ ਨਹੀਂ ਹੈ ਨਾ, ਇਹ ਸਿਰਫ ਇੱਕ ਗਰੁੱਪ ਹੈ ਜਾਂ ਇੱਕ ਐਲੀਮੈਂਟ ਹੈ ਜਿਹਦਾ ਆਪਦਾ ਕੋਈ ਫੰਕਸ਼ਨ ਨਹੀਂ ਹੈ, ਠੀਕ ਹੈ। ਇਹ ਬੇਸਿਕਲੀ ਕੀ ਕਰ ਦੇਣਗੇ, ਬ੍ਰਾਂਚ ਦੇ ਵਿੱਚ ਲੱਗ ਜਾਣਗੇ ਜਾਂ ਕਿਸੇ ਫਿਜ਼ੀਕਲ ਪ੍ਰੋਪਰਟੀ ਨੂੰ ਚੇਂਜ ਕਰ ਦੇਣਗੇ ਬਟ ਇਹ ਮੋਲੀਕਿਊਲ ਦੇ ਫੰਕਸ਼ਨ ਨੂੰ ਨਹੀਂ ਚੇਂਜ ਕਰਨਗੇ, ਠੀਕ ਹੈ। ਸਮਝ ਲੱਗੀ? ਤਾਂ ਇਹ ਆਪਣੇ ਕੋਲੇ ਕੀ ਨੇ, ਸਬਸਟੀਟੂਐਂਟਸ ਹੈ। ਇੱਕ ਹੋਰ ਹੁੰਦਾ that is ਨਾਈਟ੍ਰੋ, NO2, ਨਾਈਟ੍ਰੋ। ਇੱਕ ਆਪਣੇ ਕੋਲੇ ਇਹੋ ਜਿਹਾ ਐਲੀਮੈਂਟ ਹੈ ਜਿਵੇਂ OH, ਠੀਕ ਹੈ। ਜੇ ਤਾਂ ਇਹ ਐਜ਼ ਅ ਸਬਸਟੀਟੂਐਂਟ ਆਵੇ ਤਾਂ ਇਹ ਹਾਈਡਰੋਕਸੀ ਲਿਖਿਆ ਜਾਂਦਾ ਹੈ, ਜੇ ਐਜ਼ ਅ ਫੰਕਸ਼ਨਲ ਗਰੁੱਪ ਆ ਜੇ ਜਿਹੜਾ ਕਿ ਅਲਕੋਹਲ ਹੁੰਦਾ ਹੈ ਉਦੋਂ ਇਹ ਪਿੱਛੇ ਲੱਗਦਾ ਹੈ ਅਲਕੋਹਲ ਦੀ ਤਰ੍ਹਾਂ, ਠੀਕ ਹੈ। ਪਰ ਇਹ ਦੋਨੋਂ ਤਰ੍ਹਾਂ ਬਿਹੇਵ ਕਰਦਾ ਤੇ ਉਹ ਮੈਂ ਦੱਸੂਗੀ ਵੀ ਕਦੋਂ ਇਹ ਪ੍ਰੀਫਿਕਸ ਹੁੰਦਾ, ਕਦੋਂ ਸਫਿਕਸ ਹੁੰਦਾ। ਤਾਂ ਇਹ ਕਨਫਿਊਜ਼ਨ ਵਾਲੀ ਗੱਲ ਵੀ ਨਹੀਂ ਹੈਗੀ, ਜਦੋਂ ਆਪਾਂ ਪੜਾਂਗੇ ਤਾਂ ਇਹ ਕਲੀਅਰ ਹੋ ਜਾਊਗਾ, ਠੀਕ ਹੈ। ਇੱਕ ਹੁੰਦਾ ਜੇ CH3, ਹੁਣ ਮੰਨ ਲਓ ਇੱਕ ਹਾਈਡਰੋਜਨ ਨੂੰ ਕੱਢ ਕੇ ਆਪਾਂ ਬ੍ਰਾਂਚ ਬਣਾਤੀ, ਠੀਕ ਹੈ, ਉਹਦੀ ਮੋਲੀਕਿਊਲ ਦੀ ਬ੍ਰਾਂਚ ਕੱਢਤੀ ਤਾਂ ਉਹਨੂੰ ਆਪਾਂ ਕੀ ਕਹਿੰਦੇ ਆਗੇ, ਮਿਥਾਈਲ। ਇਹਨੂੰ ਆਪਾਂ ਜਨਰਲੀ R ਗਰੁੱਪ ਨਾਲ ਰਿਪਰੈਜ਼ੈਂਟ ਕਰਦੇ ਆ, ਮਿਥਾਈਲ, ਇਥਾਈਲ, ਪ੍ਰੋਪਾਈਲ। ਜਨਰਲੀ ਆਪਾਂ ਕੀ ਕਹਿ ਦਿੰਦੇ ਆ, ਅਲਕਾਈਲ। ਹੁਣ ਅਲਕਾਈਲ ਦੀ ਜਨਰੇਸ਼ਨ ਹੁੰਦੀ ਕਿਵੇਂ ਹੈ, ਅਲਕਾਈਲ ਕਿਵੇਂ ਬਣਦਾ ਹੈ, is equals to ਐਲਕੇਨ ਮਾਈਨਸ ਇੱਕ H। ਜਦੋਂ ਆਪਾਂ ਕਿਸੇ ਵੀ ਐਲਕੇਨ ਦੇ ਵਿੱਚੋਂ ਇੱਕ H ਨੂੰ ਰਿਮੂਵ ਕਰ ਦਈਏ that will form the alkyl। ਜਿਵੇਂ ਦੇਖੋ CH4 ਹੈ, ਇਹ ਤਾਂ ਆਪਾਂ ਛੋਟੀਆਂ ਕਲਾਸਾਂ 'ਚ ਪੜ੍ਹਦੇ ਆ, ਮੀਥੇਨ ਹੁੰਦਾ ਨਾ CH4, CH4 ਚੋਂ ਇੱਕ H ਕੱਢ ਦੋ, ਕੀ ਬਣ ਗਿਆ, CH3, ਤਾਂ ਉਹ ਮਿਥਾਈਲ ਬਣ ਜਾਊਗਾ।
ਸਮਝ ਲੱਗੀ? ਠੀਕ ਹੈ, ਇਹਦੀ ਐਗਜ਼ਾਮਪਲ ਤਾਂ ਦੇ ਰਹੀ ਹਾਂ ਕਿਉਂਕਿ ਇਹਦੇ ਚ ਨੋਮੈਨਕਲੇਚਰ ਦੀ ਵਾਲੀ ਲੋੜ ਨਹੀਂ ਹੈ, ਆਪਾਂ ਪੜ੍ਹਦੇ ਹਾਂ, ਇਹ ਜਾਣਿਆ ਪਛਾਣਿਆ ਮੋਲੀਕਿਊਲ ਹੈ। ਠੀਕ ਹੈ, ਤਾਂ ਜਦੋਂ ਵੀ ਕਿਸੇ ਐਲਕੇਨ ਦੇ ਵਿੱਚੋਂ ਇੱਕ H ਨੂੰ ਬਾਹਰ ਕੱਢ ਦਾਂਗੇ ਤਾਂ ਉਹ ਕੀ ਬਣ ਜਾਊਗਾ? ਅਲਕਾਈਲ ਬਣ ਜਾਊਗਾ। ਕਲੀਅਰ? ਠੀਕ ਹੈ, ਤਾਂ ਇਹ ਆਪਣੇ ਕੋਲੇ ਅਲਕਾਈਲ ਆ ਗਿਆ। ਅਲਕਾਈਲ ਨੂੰ ਜਨਰਲੀ ਆਪਾਂ R ਨਾਲ ਰਿਪਰੈਜ਼ੈਂਟ ਕਰਦੇ ਹਾਂ। ਕਿਸੇ ਵੀ ਮੋਲੀਕਿਊਲ 'ਚ R ਲਿਖਿਆ ਹੋਇਆ ਦਿਖਦਾ ਦੈਟ ਮੀਨਸ ਉਹ ਅਲਕਾਈਲ ਗਰੁੱਪ ਹੈ। ਐਲਕੇਨ ਦੇ ਵਿੱਚੋਂ ਇੱਕ H ਨੂੰ ਕੱਢਿਆ ਹੋਇਆ। ਜੇ ਤੁਸੀਂ ਉਹ ਅਲਕਾਈਲ ਦਾ ਨਾਮ ਪਤਾ ਕਰਨਾ ਤਾਂ ਉਹਦੇ 'ਚ ਇੱਕ H ਜੋੜ ਦਿਓ, ਤੁਹਾਨੂੰ ਐਲਕੇਨ ਪਤਾ ਲੱਗ ਜੂ ਕਿਹੜਾ ਹੈ ਨਾ, ਤਾਂ ਉਹਦੇ ਨਾਲ ਹੀ ਉਹਨੂੰ ਅਲਕਾਈਲ ਬਣਾ ਦਿਓ। ਕਲੀਅਰ? ਮਿਥਾਈਲ ਹੋ ਗਿਆ। ਹੋਰ ਆਪਣੇ ਕੋਲੇ ਹੋਰ ਕਿਹੜਾ ਆ ਸਕਦਾ? ਕੁਝ ਖਾਸ ਹੋਰ ਹੈ ਨਹੀਂ ਗੇ, ਜੇ ਆਏ ਤਾਂ ਮੈਂ ਤੁਹਾਨੂੰ ਕਰਾ ਦੂੰ। ਠੀਕ ਹੈ, ਇਹ ਆਪਣੇ ਕੋਲੇ ਬੇਸਿਕ ਜੇ ਸਬਸਟੀਟੂਐਂਟਸ ਨੇ। ਨੈਕਸਟ ਆ ਗਿਆ ਵਰਡ ਰੂਟ। ਅਗਰ ਨੰਬਰ ਆਫ ਕਾਰਬਨ ਐਟਮ ਤਾਂ ਵਰਡ ਰੂਟ ਕੀ ਹੋਊਗਾ? ਠੀਕ ਹੈ, ਇੱਧਰ ਆ ਜਾਊਗਾ ਵਰਡ ਰੂਟ। ਅਗਰ ਇੱਕ ਹੈ ਤਾਂ ਇਹਦੇ ਨਾਲ ਕੀ ਲੱਗਦਾ? ਮਿਥ। ਇੱਕ ਕਾਰਬਨ ਹੈ ਤਾਂ ਉਹਦੇ ਨਾਲ ਕੀ ਲੱਗੂਗਾ? ਮਿਥ, 1 ਕਾਰਬਨ। 2 ਕਾਰਬਨਸ ਨੇ ਤਾਂ ਇਥ, 3 ਨੇ ਤਾਂ ਪ੍ਰੋਪ, 4 ਨੇ ਤਾਂ ਬਿਊਟ। ठीक है, 5 है ਤਾਂ ਪੈਂਟ, 6 है ਤਾਂ ਹੈਗਸ, 7 ਨੇ ਤਾਂ ਹੈਪਟ ਵੀ ਲਿਖ ਦਿੰਦੇ ਆ, ਸੈਪਟ ਵੀ ਲਿਖ ਦਿੰਦੇ ਆ, ਜ਼ਿਆਦਾਤਰ ਹੈਪਟ ਲਿਖਿਆ ਜਾਂਦਾ ਹੈ, ਗਲਤ ਸੈਪਟ ਵੀ ਨਹੀਂ ਹੋਊਗਾ। 8 ਨੇ ਤਾਂ ਔਕਟ, 9 ਨੇ ਤਾਂ ਨੌਨ, 10 ਨੇ ਤਾਂ ਡੈਕ, 11 ਨੇ ਤਾਂ ਅਨਡੈਕ, 12 ਨੇ ਤਾਂ ਡੂ ਡੈਕ। 12 ਤੋਂ ਵੱਧ ਵਾਲਾ ਕੁਐਸਚਨ ਅੱਜ ਤੱਕ ਆਇਆ ਨਹੀਂ, ਨਾ ਆਉਂਦਾ। ठीक है, क्लियर है? ਤਾਂ ਇਹ ਆਪਣੇ ਕੋਲੇ ਸਾਰੇ ਕੀ ਨੇ? ਵਰਡ ਰੂਟ ਹੈ। ਜਦੋਂ ਵੀ ਕਿਤੇ ਆਪਾਂ ਪੇਰੈਂਟ ਚੇਨ ਸਿਲੈਕਟ ਕਰਦੇ ਹਾਂ ਵੀ ਮੋਲੀਕਿਊਲ 'ਚ ਕਿੰਨੇ ਕਾਰਬਨ ਐਟਮ ਹੈ ਮੇਨ ਚੇਨ ਦੇ ਵਿੱਚ, ਤਾਂ ਉਹ ਇਹਦੇ ਨਾਲ ਲਿਖੇ ਜਾਂਦੇ ਆ। ਨੈਕਸਟ ਆ ਗਿਆ ਫੰਕਸ਼ਨਲ ਗਰੁੱਪ ਵਿਚ ਇਜ਼ ਦਾ ਵੈਰੀ ਇੰਪੋਰਟੈਂਟ ਪਾਰਟ। ਪਹਿਲਾ ਆ ਗਿਆ ਬੇਟਾ ਅਲਕੋਹਲ। ਅਲਕੋਹਲ ਦਾ ਜਿਹੜਾ ਫੰਕਸ਼ਨਲ ਗਰੁੱਪ ਆ ਉਹ ਕੀ ਹੁੰਦਾ? OH, ਤੇ ਇਹਦਾ ਜਿਹੜਾ ਸਫਿਕਸ ਲਿਖਿਆ ਜਾਊਗਾ ਨਾਮ ਦੇ ਵਿੱਚ ਉਹ ਕੀ ਹੁੰਦਾ? OL, OL। ਅੱਗੇ ਆ ਗਿਆ ਜੀ ਅਲਡੀਹਾਈਡ। ਇਹਦਾ ਫੰਕਸ਼ਨਲ ਗਰੁੱਪ ਕੀ ਹੁੰਦਾ? CHO, ਜਿਹੜਾ AL ਦੇ ਨਾਲ ਲਿਖਿਆ ਜਾਂਦਾ ਹੈ, ਅਲ। ਨੈਕਸਟ ਆ ਗਿਆ ਕੀਟੋਨ। ਕੀਟੋਨ ਹੁੰਦਾ ਹੈ C ਡਬਲ ਬੌਂਡ O। ਠੀਕ ਹੈ, ਇੱਕ ਚੀਜ਼ ਦਾ ਧਿਆਨ ਰੱਖਿਓ, ਐਲਡੀਹਾਈਡ ਤੇ ਕੀਟੋਨ ਜਿਹੜੇ ਹੈਗੇ ਨੇ ਇਹਨਾਂ 'ਚ ਬੇਸਿਕ ਫਰਕ ਕੀ ਹੈ? ਦੋਨੋਂ ਸੇਮ ਕੈਟਾਗਰੀ ਹੈ, ਕਾਰਬੋਨਿਲ ਕੰਪਾਊਂਡ ਹੈ। ਇਹਦੇ 'ਚ ਜਿਹੜਾ ਹੈਗਾ ਆ, ਜਿਹਨੂੰ ਮੈਂ ਓਪਨ ਕਰਕੇ ਦਿਖਾਵਾਂ CHO, ਉਹ ਵੀ ਆਈ ਹੁੰਦਾ ਆਹ, ਤਾਂ ਇਹਦੇ 'ਚ ਵੀ C ਡਬਲ ਬੌਂਡ O ਹੈ, ਇਹਦੇ 'ਚ ਵੀ C ਡਬਲ ਬੌਂਡ O ਹੈ। ਫਰਕ ਕੀ ਹੈ ਕਿ ਜਿਹੜਾ ਐਲਡੀਹਾਈਡ ਹੈ ਉਹ ਹਮੇਸ਼ਾ ਟਰਮੀਨਲ ਪੋਜੀਸ਼ਨ ਤੇ ਆਊਗਾ। ਟਰਮੀਨਲ ਪੋਜੀਸ਼ਨ ਮਤਲਬ ਜਾਂ ਤਾਂ ਪਹਿਲੀ ਤੇ ਜਾਂ ਲਾਸਟ। ਇਹ ਕਦੇ ਵੀ ਵਿੱਚ ਵਿਚਾਲੇ ਨਹੀਂ ਆ ਸਕਦਾ ਕਿਸੇ ਵੀ ਮੋਲੀਕਿਊਲ ਦੇ। ਕਿਉਂ ਨਹੀਂ ਆ ਸਕਦਾ? ਕਾਰਨ ਕੀ ਹੈ? ਕਿਉਂਕਿ ਐਂਡ ਤੇ ਹਾਈਡਰੋਜਨ ਹੈ। ਜੇ ਤਾਂ ਆਪਣੇ ਕੋਲੇ ਕਾਰਬਨ ਕਾਰਬਨ ਚੇਨ ਕੰਟੀਨਿਊ ਹੈ, ਇੱਥੇ ਜੇ ਲੱਗ ਗਿਆ ਤਾਂ ਇੱਧਰ H ਕਿਤੇ ਨਹੀਂ ਨਾ ਲੱਗ ਸਕਦਾ, ਹਨਾ, ਕਿਉਂਕਿ ਆਹ ਕਾਰਬਨ ਦੇ ਚਾਰੇ ਬੌਂਡ ਪੂਰੇ ਹੋ ਗਏ, ਹਾਈਡਰੋਜਨ ਵਾਸਤੇ ਤਾਂ ਹਾਂ ਨਹੀਂ ਹੈਗੀ। ਤਾਂ ਐਲਡੀਹਾਈਡ ਜਿਹੜਾ ਹੈਗਾ ਉਹ ਹਮੇਸ਼ਾ ਟਰਮੀਨਲ ਪੋਜੀਸ਼ਨ ਤੇ ਲੱਗੂਗਾ, ਬਟ ਜਿਹੜਾ ਕੀਟੋਨ ਹੈ ਉਹ ਹਮੇਸ਼ਾ ਵਿੱਚ ਵਿਚਾਲੇ ਲੱਗੂਗਾ, ਉਹ ਕਦੇ ਵੀ ਟਰਮੀਨਲ ਤੇ ਨਹੀਂ ਆ ਸਕਦਾ। ਜੇ ਟਰਮੀਨਲ ਤੇ ਆ ਗਿਆ ਤਾਂ ਉਹਨੂੰ H ਨਾਲ ਲਾਉਣਾ ਪਊਗਾ, ਜਿਹੜਾ ਕਿ ਐਲਡੀਹਾਈਡ ਬਣ ਜਾਊਗਾ। ਤਾਂ ਇਹ ਇਹਨਾਂ ਦੇ ਵਿੱਚ ਡਿਫਰੈਂਸ ਹੈ। ਜੇ ਤੁਹਾਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਇਹ ਐਲਡੀਹਾਈਡ ਹੈ ਜਾਂ ਕੀਟੋਨ ਹੈ, ਤਾਂ ਜਿਹੜਾ ਕੀਟੋਨ ਹੈ ਉਹ ਹਮੇਸ਼ਾ ਦੋ ਕਾਰਬਨਸ ਦੇ ਵਿਚਾਲੇ ਆਊਗਾ, ਲਾਈਕ ਦਿਸ। ਠੀਕ ਹੈ, ਇਟ ਨੈਵਰ ਕੇਮ ਅਪਨ ਔਨ ਦਾ ਟਰਮੀਨਲ ਪੋਜੀਸ਼ਨ। ਇਹਦਾ ਜੀ ਸਫਿਕਸ ਹੁੰਦਾ ONE, ON। ਨੈਕਸਟ ਆ ਗਿਆ ਬੇਟਾ ਕਾਰਬੋਕਸਿਲਿਕ ਐਸਿਡ, ਜਿਹਨੂੰ ਮੈਂ ਸ਼ਾਰਟ 'ਚ ਲਿਖ ਰਹੀ ਹਾਂ C ਐਸਿਡ। ਇਹਦਾ ਫੰਕਸ਼ਨਲ ਗਰੁੱਪ ਹੁੰਦਾ COOH। ਓਪਨ ਕਰਕੇ ਦੇਖੋਗੇ ਤਾਂ ਇਟ ਵਿਲ ਬੀ ਲਾਈਕ ਦਿਸ, C ਡਬਲ ਬੌਂਡ O ਤੇ ਇੱਧਰ ਸਿੰਗਲ ਬੌਂਡ OH। ਠੀਕ ਹੈ, ਇਹ ਇਸ ਤਰੀਕੇ ਦੀ ਸ਼ਕਲ ਹੁੰਦੀ ਹੈ ਇਹਦੀ। ਇਹਨੂੰ ਇਕੱਠਾ ਕਰਕੇ ਆਪਾਂ ਐ ਲਿਖ ਦਿੰਦੇ ਹਾਂ COOH। ਇਹਨੂੰ ਲਿਖਦੇ ਹਾਂ ਆਪਾਂ OIC ਐਸਿਡ। ਕਾਰਬੋਕਸਿਲਿਕ ਐਸਿਡ ਹੈ ਤਾਂ OIC ਐਸਿਡ ਲਿਖਿਆ ਜਾਂਦਾ ਹੈ। ਠੀਕ ਹੈ, ਨੈਕਸਟ ਆ ਗਿਆ ਐਸਟਰ। ਐਸਟਰ ਜਿਹੜੇ ਹੁੰਦੇ ਨੇ ਸਵੀਟਨਰਸ ਜਿਹੜੇ ਹੁੰਦੇ ਆ, ਠੀਕ ਹੈ, ਸਵੀਟ ਇਨ ਟੇਸਟ ਹੁੰਦੇ ਨੇ ਐਸਟਰ। COOR। ਨਾਓ R ਕੀ ਰਿਪਰੈਜ਼ੈਂਟ ਕਰਦਾ ਹੈ? ਅਲਕਾਈਲ ਗਰੁੱਪ, ਯਾਨੀ ਕਿ ਕਾਰਬਨ ਚੇਨ। ਠੀਕ ਹੈ, ਤਾਂ ਇਹਦੀ ਸਟਰਕਚਰ ਕੀ ਹੁੰਦੀ ਹੈ? ਅਗੇਨ ਐਸਟਰ ਵੀ ਟਰਮੀਨਲ ਪੋਜੀਸ਼ਨ ਤੇ ਆ ਵੀ ਸਕਦਾ, ਨਹੀਂ ਵੀ ਆ ਸਕਦਾ, ਮੰਨ ਲਓ ਆ ਹੈ। ਠੀਕ ਹੈ,
ਤਾਂ ਇੱਥੇ ਆਪਣੇ ਕੋਲੇ ਇੱਥੇ H ਦੀ ਥਾਂ ਤੇ R ਆ ਜਾਊਗਾ। ਕਲੀਅਰ? ਇਹਨੂੰ ਆਪਾਂ ਕੀ ਲਿਖਦੇ ਆ O8, ਇਹਦਾ ਸਫਿਕਸ ਹੈ O8। ਨੈਕਸਟ ਆ ਗਿਆ ਬੇਟਾ ਈਥਰ। ਈਥਰ ਹਮੇਸ਼ਾ ਕਾਰਬਨ ਚੇਨਸ ਦੇ ਵਿਚਾਲੇ ਆਉਂਦਾ ਹੈ ਸਿੰਗਲ ਬੌਂਡ O, ਠੀਕ ਹੈ, ਜਿਵੇਂ ਆ ਹੈ ਆ, ਦਿਸ ਇਜ਼ ਕਾਲਡ ਦਾ ਈਥਰ ਫੰਕਸ਼ਨਲ ਗਰੁੱਪ, ਠੀਕ ਹੈ। ਇਹ ਕਿਸੇ ਕਾਰਬਨ ਦੇ ਨਾਲ ਡਬਲ ਬੌਂਡਡ ਨਹੀਂ ਹੁੰਦਾ, ਬਲਕਿ ਦੋ ਕਾਰਬਨਸ ਨਾਲ ਸਿੰਗਲੀ ਬੌਂਡਡ ਹੁੰਦਾ ਹੈ। ਤਾਂ ਇਹਨੂੰ ਆਪਾਂ ਆਕਸੀ ਨਾਲ ਲਿਖ ਦਿੰਦੇ ਆ, ਜਿਵੇਂ ਮਿਥੋਕਸੀ ਈਥਰ, ਠੀਕ ਹੈ, ਜਾਂ ਇਥੋਕਸੀ ਈਥਰ, ਆਕਸੀ ਈਥਰ। ਐਸਟਰ ਤੇ ਈਥਰ ਚ ਕੰਫਿਊਜ਼ ਨਾ ਹੋਇਓ। ਇੱਕ ਹੁੰਦਾ ਆਪਣੇ ਕੋਲੇ ਥਾਇਓਲ। ਥਾਇਓਲ ਕੀ ਹੁੰਦਾ ਹੈ? ਜਿੱਥੇ ਵੀ ਥਾਏ ਲੱਗ ਜੇ ਨਾ THI, ਠੀਕ ਹੈ, ਉਹਦਾ ਮਤਲਬ ਹੁੰਦਾ ਹੈ O ਨੂੰ ਹਟਾ ਕੇ ਕੀ ਲੱਗ ਗਿਆ, ਸਲਫਰ ਲੱਗ ਗਿਆ, ਠੀਕ ਹੈ। ਤਾਂ ਇਹ ਕੀ ਬਣ ਜਾਊਗਾ, OH ਦੀ ਥਾਂ ਤੇ SH ਬਣ ਜਾਊਗਾ, ਠੀਕ ਹੈ। ਤਾਂ ਇਹ ਥਾਇਓਲ ਹੈ, ਤਾਂ ਥਾਇਓਲ ਹੀ ਲਿਖਿਆ ਜਾਂਦਾ ਹੈ ਇਹਨੂੰ। ਅੱਗੇ ਆਪਣੇ ਕੋਲੇ ਹੋਰ ਇੰਪੋਰਟੈਂਟ ਕਿਹੜਾ ਰਹਿ ਗਿਆ, ਅਲਕੋਹਲ, ਐਲਡੀਹਾਈਡ, ਕੀਟੋਨ, ਕਾਰਬੋਕਸਿਲਿਕ ਐਸਿਡ, ਐਨਹਾਈਡਰਾਈਡ। ਐਨਹਾਈਡਰਾਈਡ C ਡਬਲ ਬੌਂਡ O NH2, ਠੀਕ ਹੈ। ਇਹਨੂੰ ਲਿਖਦੇ ਵੀ ਆਪਾਂ ਐਨਹਾਈਡਰਾਈਡ ਹੀ ਆ। ਇੱਕ ਹੁੰਦੇ ਨੇ ਅਮੀਨਸ, ਠੀਕ ਹੈ। ਅਮੀਨ ਕੀ ਹੁੰਦਾ ਹੈ, NH2। ਸਾਇਨਾਈਡ, ਸਾਇਨਾਈਡ ਕੀ ਹੁੰਦਾ, CN, C ਤੇ N ਚ ਟ੍ਰਿਪਲ ਬੌਂਡ ਹੁੰਦਾ, ਠੀਕ ਹੈ। ਤਾਂ ਇਹ ਆਪਣੇ ਕੋਲੇ ਐਜ਼ ਅ ਸਬਸਟੀਟੂਐਂਟ ਵੀ ਆ ਸਕਦਾ, ਇੱਧਰ ਵੀ ਲਿਖ ਸਕਦੇ ਹੋ ਸਾਇਨਾਈਡ ਨੂੰ। ਸਾਇਨਾਈਡ। ਇੱਕ ਚੀਜ਼ ਦਾ ਧਿਆਨ ਰੱਖਿਓ ਬੇਟਾ, ਅਗਰ ਤਾਂ ਆਪਣੇ ਕੋਲੇ C ਦੇ ਨਾਲ ਬੌਂਡਿੰਗ ਹੈ ਕਾਰਬਨ ਦੀ ਤਾਂ ਸਾਇਨਾਈਡ ਆ ਜਾਊਗਾ, ਅਗਰ NC ਲਿਖਿਆ ਹੋਇਆ ਤਾਂ ਆਈਸੋਸਾਇਨਾਈਡ ਆ ਜਾਊਗਾ। That means directly attach ਕਿਹੜਾ ਐਲੀਮੈਂਟ ਹੈ ਦੋਨਾਂ ਦੇ ਵਿੱਚ, ਉਹਦੇ ਤੇ ਡਿਪੈਂਡ ਕਰਦਾ, ਠੀਕ ਹੈ। ਤਾਂ these are more than sufficient, ਇੰਨੇ ਕੁ ਫੰਕਸ਼ਨਲ ਗਰੁੱਪ ਆਪਾਂ ਆਪਣੇ ਵਾਸਤੇ sufficient ਨੇ। ਅਲਕੋਹਲ, ਐਲਡੀਹਾਈਡ, ਕੀਟੋਨ, ਕਾਰਬੋਕਸਿਲਿਕ ਐਸਿਡ, ਐਸਟਰ, ਈਥਰ, ਥਾਇਓਲ, ਐਨਹਾਈਡਰਾਈਡ, ਅਮੀਨ ਤੇ ਸਾਇਨਾਈਡ, more than sufficient, ਠੀਕ ਹੈ। ਇਹ ਤੋਂ ਬਾਹਰ ਕੋਈ ਨਹੀਂ ਆਉਂਦਾ, ਮੈਨੂੰ ਲੱਗਦਾ ਬਚਿਆ ਵੀ ਨਹੀਂ ਹੋਣਾ, ਜੇ ਇੱਕ ਅੱਧਾ ਹੋਊਗਾ ਵੀ ਤਾਂ ਜੇ ਕੋਈ ਐਗਜ਼ਾਮਪਲ ਆ ਗਈ ਤਾਂ ਆਪਾਂ ਦੇਖ ਲਾਂਗੇ, ਅਦਰਵਾਈਜ਼ ਮੇਰੇ ਧਿਆਨ ਚ ਇੰਨੇ ਹੀ ਨੇ, ਠੀਕ ਹੈ, ਨੋਟਡ। ਚਲੋ ਹੁਣ ਆਪਾਂ ਇਹਨੂੰ ਐਗਜ਼ਾਮਪਲਸ ਦੀ ਫਾਰਮ ਦੇ ਵਿੱਚ ਇੰਪਲੀਮੈਂਟ ਕਰਦੇ ਹਾਂ, ਜਿਹੜੇ ਆਪਾਂ ਰੂਲਸ ਪੜ੍ਹ ਲਏ, ਠੀਕ ਹੈ, ਜਾਂ ਰੂਲਸ ਆਪਾਂ ਨਾਲ ਨਾਲ ਪੜਾਂਗੇ ਜਿਹੜਾ ਆਪਾਂ ਇੰਟਰੋਡਿਊਸ ਕਰ ਲਿਆ। ਪਹਿਲਾ ਰੂਲ ਕੀ ਹੈ IUPAC ਦਾ, ਸਭ ਤੋਂ ਪਹਿਲਾ ਰੂਲ ਇਹ ਹੈ ਕਿ ਸਿਲੈਕਟ ਦਾ longest carbon chain as parent chain। longest carbon chain ਜਾਂ ਆਪਾਂ ਇੱਥੇ longest continuous carbon chain, ਕਈ ਵਾਰੀ longest ਬੱਚੇ ਆਏ ਹੋ ਜਾਂਦਾ, ਡਾਈਵਰਟ ਹੋ ਜਾਂਦੇ ਨੇ ਰਾਹ ਤੋਂ, ਜਿੱਥੋਂ ਤੁਰ ਪਏ ਤੁਸੀਂ, ਤੁਹਾਡਾ ਪੈਨ ਜਿਹੜਾ ਹੈਗਾ ਉੱਠਣਾ ਨਹੀਂ ਚਾਹੀਦਾ ਵੀ ਇੱਥੋਂ ਉੱਠ ਗਿਆ ਫਿਰ ਸਟਾਰਟ ਕਰ ਲਿਆ, ਉਹ longest ਨਹੀਂ ਹੋਊਗੀ। longest ਜਦੋਂ ਵੀ ਤੁਸੀਂ ਜਾਣਾ ਤਾਂ ਉਹ ਕੰਟੀਨਿਊਟੀ 'ਚ ਜਾਣਾ, ਉੱਥੋਂ ਪੈਨ ਨੂੰ ਚੱਕਣਾ ਨਹੀਂ ਹੈਗਾ, ਠੀਕ ਹੈ। ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਰਦੇ ਜਾਣਾ। ਮੰਨ ਲਓ ਹੁਣ ਆਪਣੇ ਕੋਲੇ ਕੀ ਹੈ, ਇੱਕ ਤਾਂ ਆ ਹੈ, ਠੀਕ ਹੈ, ਆ ਤਾਂ ਸਟ੍ਰੇਟ ਚੇਨ ਹੈ, ਇਹ ਤਾਂ ਪਤਾ ਹੀ ਹੈ ਵੀ ਆਪਣੇ ਕੋਲੇ ਇਹ ਲੌਂਗੇਸਟ ਚੇਨ ਇਹੀ ਹੈ, ਠੀਕ ਹੈ। ਜੇ ਆਪਣੇ ਕੋਲੇ ਆਏ ਆ ਜੇ, ਮੰਨ ਲਓ ਦੇਖੋ ਜੀ, ਹੁਣ ਆਪਾਂ ਸਿਲੈਕਟ ਕਰਨੀ ਹੈ, ਹੁਣ ਇਹ ਸਟ੍ਰੇਟ ਚੇਨ ਨਹੀਂ ਹੈ, ਇਹਦੇ ਚ ਕੀ ਹੈ ਆਪਣੇ ਕੋਲੇ branches ਵੀ ਹੈ, ਠੀਕ ਹੈ। ਤਾਂ ਆਪਾਂ longest continuous chain select ਕਰਨੀ ਹੈ। let me change the color, ਠੀਕ ਹੈ, ਤਾਂ ਕਿ visible ਹੋ ਜਾਏ। ਦੇਖੋ ਹੁਣ ਆਪਣੇ ਕੋਲੇ ਕਿੰਨੇ ਤਰ੍ਹਾਂ ਦੀ, ਇੱਕ ਤਾਂ ਹੈਗੀ ਹੈ ਜੀ straight chain, 1 2 3 4 5, ਆ 5 ਕਾਰਬਨਸ ਦੀ ਹੈ, ਠੀਕ ਹੈ। ਇੱਕ ਹੋਰ ਕਲਰ ਲੈਣੇ ਆਪਾਂ, ਵਾਈਟ ਲੈ ਲੈਣੇ, ਚਲੋ। ਇੱਕ ਆ ਜਾਓ ਜੀ, ਜੇ ਆਪਾਂ ਮੰਨ ਲਓ ਇੱਥੋਂ ਸ਼ੁਰੂ ਕਰ ਲਾਂ ਮੈਂ, ਹਨਾ, 1 2 3 4 5 6 7, ਇਹ 7 ਕਾਰਬਨ ਦੀ ਹੈ, ਠੀਕ ਹੈ। ਇੱਕ ਹੋਰ ਆਪਸ਼ਨ ਕੀ ਹੈ ਆਪਣੇ ਕੋਲੇ, ਕਿਹੜਾ ਕਲਰ ਦਿਖੂਗਾ ਇੱਥੇ, ਚਲੋ ਆ ਲਾ ਲਓ। ਇੱਕ ਹੋਰ ਆਪਸ਼ਨ ਕੀ ਹੈ, 1
2 3 4 5 6 7 8 9 देखो कंटिन्यूटी है ना, आप किते भी चेन नु ब्रेक नहीं कर रहे, तो वी हैव 3 ऑप्शंस, 3 ऑप्शंस ने अपने कोले। एक होर भी बनती है, जे किसी नु ये लगे एक होर भी बनती है, वो देख लो अगर तुसी लेना चाहो तो। ठीक है, देखो इधरों ले ला 1 2 3 4 5 6 7, ये भी कंटिन्यूटी है ना, चाहे इधरों शुरू करके ऊपर ले जाओ, चाहे इधरों लेके, आप तो गिन रहे हैं, हजे आप नंबरिंग नहीं कर रहे, आप सिर्फ गिन रहे हैं। तो ये हुण 3 तरह की कार्बन लेंथ आ गई, एक तो सीगी 5 कार्बन की जिहड़ी तां क्रॉस ही होगी, रेड वाली तां क्रॉस होगी। ठीक है, रेड वाली जिहड़ी सीगी ओह अपने कोले क्रॉस, जिहड़ी अपने कोले ब्लू वाली ते वाइट वाली, ये दोने 7-7 ने, ये भी क्रॉस हो गया क्योंकि इदों वड्डी भी पई है, ब्लू वाली भी क्रॉस ते वाइट वाली भी क्रॉस। हुण बची किहड़ी अपने कोले जिहड़ी ऑरेंज कलर च है, दैट इज द 9 कार्बन चेन्स। तां हुण आपां बाकी सारियां नूं मटे के किहड़ी रखांगे कार्बन चेन जिहड़ी हैगी है, इथों मतलब समझ आ गया कि पेरेंट चेन सिलेक्ट किवें करनी है। तां अपने कोले जदों भी पहला स्टैप देखना है तां हर पॉसिबिलिटी देखनी है कि कंटीन्यूअस चेन कित्थे जे बनदी है ते मैक्सिमम किन्ने कार्बन्स दी बनदी है। सो जिन्ने भी आपां इत्थे कलर्स यूज कीते हैं ओहदे चों अपना किहड़ा सही बैठदा है, दैट इज द ऑरेंज वन। ठीक है, तां ये अपने कोले इस तरीके नाल आपां की करदे हां, पेरेंट चेन नूं सिलेक्ट करदे हां। क्लीयर है बेटा, पहला रूल अपना इंप्लीमेंट हो गया। ठीक है, हुण जी हुण अपने कोले अगली की चीज है, अगली ऑप्शन अपने कोले या सैकेंड रूल आपां कह सकते हैं कि जे आपां पेरेंट चेन नूं सिलेक्ट कर लिया तां जिन्ने भी पेरेंट चेन तो बाहर कार्बन्स रह गईयां दैट विल बी कंसीडर्ड एज द सबस्टिट्यूएंट्स। वो की बन जाणगे, सबस्टिट्यूएंट बन जाणगे जिहड़ी मेन चेन दा पार्ट नहीं हैगे। ठीक है, जिवें हुण देखो अपने कोले जिहड़ी मेन कार्बन चेन है वो हुण मैं बनाउणी है इत्थे, तीन सीगे ना, और भी 3 सी, याद रखिए 1 2 3 2 3 1 2 3 4 5 6 7 8 इधर आए सी। ठीक है, तो हुण अपने कोले जिहड़ी पेरेंट चेन बनी वो आ बन गई, देखो कंटिन्यूअस है ना। ठीक है, तो हुण अपने कोले एक कार्बन किहड़ी बच गई बाहर, आ वाली, ते एक किहड़ी बच गई, आ वाली। तो ये दो की बन जाणगे सबस्टिट्यूएंट, यानी कि अपने प्राइमरी प्रीफिक्स। ठीक है, आ भी सबस्टिट्यूएंट ते आ भी सबस्टिट्यूएंट। क्लियर है, ये अपने कोले की आ गया दूसरा रूल। हुण आ गया जी भी पहला केड़ा सबस्टिट्यूएंट लिखना है, जे एक तो ज्यादा सबस्टिट्यूएंट आ गए तो उन्होंने लिखांगे किवें, तां जेड़ा अल्फाबेटिक ऑर्डर आऊगा उन्होंने आपां फॉलो करांगे। ठीक है, सबस्टिट्यूएंट्स आर रिटन इन द अल्फाबेटिक ऑर्डर। क्लियर, ठीक है, जिवें हुण अपने कोले एक आ गया CH3, एक आ गया C2H5, तो आह मिथाइल है, आह इथाइल है, ईथेन चो एक H कढ़ता तो इथाइल बन गया। तो मिथाइल M तो शुरू हुंदा, इथाइल E तो शुरू हुंदा, तो पहला इथाइल लिखांगे। ठीक है, क्लियर। तीसरा रूल अपने कोले यह हो गया। चौथा रूल की है नंबरिंग दा, या आपां इहनूं दूजा नंबर ही दिता है, दूजे रूल नूं विच ही मर्ज करता। थर्ड रूल की बनदा है कि नंबरिंग किधरों स्टार्ट करनी है, दो एंड होणगे चेन दे, नंबरिंग हमेशा उधरों स्टार्ट करांगे जिधरों सबस्टिट्यूएंट नूं लोएस्ट पोजीशन मिले। ठीक है, नंबरिंग दा ऑर्डर मैं तुहानूं दस दी, इहदे च प्रायोरिटी ऑर्डर डिसाइड करना हुंदा है। सब तो वध प्रायोरिटी किहनूं मिलदी है, फंक्शनल ग्रुप दी। जे किसी भी ऑर्गेनिक मॉलिक्यूल च फंक्शनल ग्रुप प्रेजेंट है तो उन्होंने प्रायोरिटी सब तो वध मिलूगी, मतलब की होया नंबरिंग उधरों स्टार्ट होगी जिधरों फंक्शनल ग्रुप नूं लोएस्ट नंबर मिलूगा, छोटे तो छोटा।
ਫੰਕਸ਼ਨਲ ਗਰੁੱਪ ਨੂੰ ਅਗਰ ਹੋਇਆ ਤਾਂ ਠੀਕ ਹੈ, ਸਮਝ ਲੱਗੀ। ਉਸ ਤੋਂ ਘੱਟ ਪ੍ਰਾਇੋਰਿਟੀ ਹੈਗੀ ਰਾਜੇ ਡਬਲ ਬੌਂਡ ਦੀ। ਜੇ ਫੰਕਸ਼ਨਲ ਗਰੁੱਪ ਨਹੀਂ ਹੈਗਾ ਤਾਂ ਸੈਕਿੰਡ ਪ੍ਰਾਇੋਰਿਟੀ ਕਿਹਨੂੰ ਮਿਲੂਗੀ, ਡਬਲ ਬੌਂਡ ਨੂੰ, ਯਾਨੀ ਕਿ ਜਿੱਧਰੋਂ ਡਬਲ ਬੌਂਡ ਪਹਿਲਾਂ ਆਊਗਾ ਨੰਬਰਿੰਗ ਉਧਰੋਂ ਸਟਾਰਟ ਹੋਊਗੀ। ਨੈਕਸਟ ਪ੍ਰਾਇੋਰਿਟੀ ਕਿਹਨੂੰ ਮਿਲੂਗੀ, ਆ ਡਬਲ ਬੌਂਡ ਹੈ ਇਕੁਅਲ ਟੂ ਨਾ ਸਮਝ ਲਓ, ਟ੍ਰਿਪਲ ਬੌਂਡ ਨੂੰ। ਉਸ ਤੋਂ ਬਾਅਦ ਮਿਲਦੀ ਹੈ ਸਬਸਟੀਟੂਐਂਟ ਨੂੰ, ਯਾਨੀ ਕਿ ਸਬਸਟੀਟੂਐਂਟ ਦੀ ਹਾਈਐਸਟ ਪ੍ਰਾਇੋਰਿਟੀ ਉਦੋਂ ਤੱਕ ਹੀ ਹੈ ਜਦੋਂ ਤੱਕ ਮੋਲੀਕਿਊਲ 'ਚ ਹੋਰ ਕੁਝ ਹੈ ਨਹੀਂਗਾ, ਕੱਲੀ ਚੇਨ ਹੀ ਹੈ, ਠੀਕ ਹੈ। ਤਾਂ ਆਹ ਆਰਡਰ ਹਮੇਸ਼ਾ ਯਾਦ ਰੱਖਣਾ ਹੈ ਨੰਬਰਿੰਗ ਵਾਸਤੇ ਕਿ ਅਗਰ ਫੰਕਸ਼ਨਲ ਗਰੁੱਪ ਹੈ ਤਾਂ ਮੋਸਟ ਪ੍ਰਾਇਰ ਉਹ ਹੋਊਗਾ, ਫਿਰ ਡਬਲ ਬੌਂਡ ਹੈ, ਫਿਰ ਟ੍ਰਿਪਲ ਬੌਂਡ ਹੈ, ਤੇ ਫਿਰ ਐਂਡ ਤੇ ਕੀ ਹੈਗਾ, ਸਬਸਟੀਟੂਐਂਟ। ਸਮਝ ਲੱਗ ਗਈ। ਦਿਸ ਇਜ਼ ਦਾ ਵੈਰੀ ਵੈਰੀ ਇੰਪੋਰਟੈਂਟ ਰੂਲ। ਇਹ ਬਹੁਤ ਇੰਪੋਰਟੈਂਟ ਰੂਲ ਹੈ। ਕਈ ਵਾਰੀ ਆਪਾਂ ਨੰਬਰਿੰਗ ਦਾ ਭੁਲੇਖਾ ਖਾ ਜਾਂਦੇ ਹਾਂ ਤੇ ਦੋਨੇ ਆਪਸ਼ਨਸ ਹੁੰਦੀਆਂ ਨੇ, ਤੇ ਨੋਮੈਨਕਲੇਚਰ 'ਚੋਂ ਕੁਐਸਚਨ ਆਊਗਾ ਪੱਕਾ, ਠੀਕ ਹੈ। ਦੋਨੇ ਪਾਸੇ ਇਹਦੇ 'ਚ ਹੋਰ ਕੁਝ ਹੈ ਨਹੀਂ ਨਾ, ਕੱਲੇ ਸਬਸਟੀਟੂਐਂਟ ਹੀ ਹੈ। ਦੇਖ ਨੰਬਰਿੰਗ ਸਟਾਰਟ ਜੇ ਆਪਾਂ ਕਰੀਏ 1 2 3, ਚੌਥੇ ਪੋਜੀਸ਼ਨ ਤੇ ਇਧਰੋਂ ਸਬਸਟੀਟੂਐਂਟ ਆਉਂਦਾ, ਇਧਰੋਂ ਸਟਾਰਟ ਕਰਾਂਗੇ 1 2 3 4, ਦੋਨਾਂ ਦਾ ਸੇਮ ਤੇ ਆਉਂਦਾ, ਜਿੱਧਰੋਂ ਮਰਜ਼ੀ ਕਰ ਸਕਦੇ ਹੋ, ਠੀਕ ਹੈ, ਕੋਈ ਇਸ਼ੂ ਨਹੀਂ ਹੈ। ਕਲੀਅਰ ਹੈ, ਤਿੰਨੇ ਰੂਲ ਕਲੀਅਰ ਹੋ ਗਏ। ਚਲੋ ਨੈਕਸਟ ਰੂਲ ਆ ਗਿਆ ਬੇਟਾ ਆਪਣੇ ਕੋਲੇ ਕਿ ਅਗਰ ਉਹ ਆਪਾਂ ਡਿਸਾਈਡ ਕਰ ਹੀ ਚੁੱਕੇ ਆ ਵੀ ਡਬਲ ਬੌਂਡ ਆ ਗਿਆ, ਟ੍ਰਿਪਲ ਬੌਂਡ ਆ ਗਿਆ, ਤਾਂ ਈਨ ਤੇ ਆਈਨ ਲੱਗ ਜੂਗਾ, ਠੀਕ ਹੈ। ਸਿੰਗਲ ਬੌਂਡ ਆ ਤਾਂ ਸਾਰੇ ਏਨ ਚੱਲਣਗੇ। ਇੱਕ ਐਗਜ਼ਾਮਪਲ ਕਰਦੇ ਆ, ਚਲੋ CH3 CH2 CH Cl CH NO2 C H2 COOH। This is our first example। ਸਿੰਪਲ ਲੈਣੇ ਆ, ਕੁਝ ਬਹੁਤਾ ਇਹਦੇ ਚ ਕੰਪਲਿਕੇਟਡ ਨਹੀਂ ਹੈ, ਠੀਕ ਹੈ। ਹੁਣ ਦੇਖੋ ਇਹਦੇ ਚ ਹੁਣ ਕਾਰਬਨ ਚੇਨ ਜਿਹੜੀ ਹੈਗੀ ਆ ਸਿਲੈਕਟ ਕਰਨੀ ਹੈ। ਇੱਕ ਰੂਲ ਤੁਹਾਨੂੰ ਇੱਥੇ ਹੋਰ ਕਰਾ ਦਿੰਨੀ ਆ ਨਾਲ ਹੀ। ਚੌਥਾ ਰੂਲ ਕੀ ਹੈ ਕਿ ਅਗਰ ਫੰਕਸ਼ਨਲ ਗਰੁੱਪ ਦੇ ਵਿੱਚ ਕਾਰਬਨ ਹੈ, ਫੰਕਸ਼ਨਲ ਗਰੁੱਪ ਜਿਹੜਾ ਹੈਗਾ ਉਹ ਕਾਰਬਨ ਤੋਂ ਸਟਾਰਟ ਹੁੰਦਾ ਹੈ, ਤਾਂ ਉਸ ਕਾਰਬਨ ਨੂੰ ਪੇਰੈਂਟ ਚੇਨ ਦੇ ਵਿੱਚ ਇਨਕਲੂਡ ਕਰਨਾ ਹੈ, ਠੀਕ ਹੈ। ਜਿਹੜਾ ਵਰਡ ਰੂਟ ਬਣੂਗਾ ਲਿਖ ਲਓ, the carbon of functional group must be included in the parent chain। क्लियर है, ठीक है। ਤਾਂ ਹੁਣ ਦੇਖੋ ਇਹਦੇ ਚ ਆਪਣੇ ਕੋਲੇ ਲੌਂਗੈਸਟ ਚੇਨ ਸਟ੍ਰੇਟ ਚੇਨ ਹੀ ਆ ਨਾ, ਬ੍ਰਾਂਚ ਚ ਤਾਂ ਕਾਰਬਨ ਹੈ ਨਹੀਂ। ਕਈ ਵਾਰੀ ਨਾ ਕਈ ਬੱਚੇ ਮੈਂ ਦੇਖੇ ਆ ਈਵਨ ਕਿ ਮਾਸਟਰ ਕੇਡਰ ਐਗਜ਼ਾਮ ਚ ਵੀ ਇਹਨੂੰ C ਤੇ L ਅੱਡ ਮੰਨ ਲੈਂਦੇ ਵੀ ਜੀ ਆ ਵੀ ਕਾਰਬਨ ਹੈ, ਇਹ ਕਲੋਰੀਨ ਹੈ, ਠੀਕ ਹੈ। ਬਹੁਤ ਮੈਨੂੰ ਮਤਲਬ ਹੈਰਾਨੀ ਹੁੰਦੀ ਹੈ ਕਿ ਛੋਟੇ ਬੱਚੇ ਕਰਨ ਤਾਂ ਸਮਝ ਆਉਂਦਾ, ਪਰ ਕਈ ਵਾਰੀ ਇਹ ਮਿਸਕਨਸੈਪਸ਼ਨ ਹੋ ਜਾਂਦੀ ਹੈ ਜਦੋਂ ਬਾਹਲੇ ਕਾਰਬਨ ਦਿਖਣ ਲੱਗ ਜਾਂਦੇ ਨਾ, ਤਾਂ ਫਿਰ ਹਰੇਕ ਲੱਭਦਾ ਬੰਦਾ ਵੀ ਹਾਂ ਆ ਵੀ ਕਾਰਬਨ ਲਿਖਿਆ ਹੋਇਆ ਹਨਾ, ਤੇ ਇਹ ਕਲੋਰੀਨ ਹੈ। ਦਿਸ ਇਜ਼ ਦਾ ਸਬਸਟੀਟੂਐਂਟ, ਦਿਸ ਇਜ਼ ਦਾ ਸਬਸਟੀਟੂਐਂਟ, ਜਿਹੜੇ ਕਿ ਪੇਰੈਂਟ ਚੇਨ ਦਾ ਪਾਰਟ ਨਹੀਂ ਹੈਗੇ ਉਹ ਸਬਸਟੀਟੂਐਂਟ ਹੋ ਗਏ, ਠੀਕ ਹੈ। ਹੁਣ ਆਪਣੇ ਕੋਲੇ ਆ ਕੀ ਚੀਜ਼ ਪਈ ਹੈ ਬੇਟਾ, ਫੰਕਸ਼ਨਲ ਗਰੁੱਪ। ਦਿਸ ਇਜ਼ ਦਾ ਫੰਕਸ਼ਨਲ ਗਰੁੱਪ। ਤਾਂ ਆਹ ਜਿਹੜਾ ਹੈਗਾ ਇਹ ਕਾਰਬਨ ਤੋਂ ਸਟਾਰਟ ਹੋ ਰਿਹਾ ਨਾ, ਇਸ ਫੰਕਸ਼ਨਲ ਗਰੁੱਪ ਨੂੰ ਆਪਾਂ ਪੇਰੈਂਟ ਚੇਨ 'ਚ ਇਨਕਲੂਡ ਕਰਨਾ ਹੈ। ਦੈਟ ਮੀਨਸ ਹੁਣ ਦੂਜਾ ਰੂਲ ਵੀ ਲਾਗੂ ਕਰਾਂਗੇ ਆਪਾਂ, ਉਹ ਕੀ ਹੈ, ਨੰਬਰਿੰਗ। ਨੰਬਰਿੰਗ ਕਿੱਧਰੋਂ ਸਟਾਰਟ ਹੋਊਗੀ, ਫੰਕਸ਼ਨਲ ਗਰੁੱਪ ਵਾਲੀ ਸਾਈਡ ਤੋਂ, ਯਾਨੀ ਕਿ ਇਹਨੂੰ ਪਹਿਲਾ ਨੰਬਰ ਮਿਲੂਗਾ। ਕਈ ਵਾਰੀ ਆਪਾਂ ਗਲਤੀ ਕੀ ਕਰ ਦਿੰਦੇ ਆ, ਇੱਥੋਂ ਸ਼ੁਰੂ ਕਰ ਦਿੰਦੇ ਆ ਵੀ ਇਹਨੂੰ ਲੋਐਸਟ ਨੰਬਰ ਦੇ ਤਾਂ ਦਿੱਤਾ, ਪਰ ਆ ਕਾਰਬਨ ਵਿੱਚ ਇਨਕਲੂਡ ਕਰਨੀ ਹੈ, ਠੀਕ ਹੈ, ਧਿਆਨ ਰੱਖਣਾ। ਆ ਪਹਿਲਾ, ਦੂਸਰਾ, ਤੀਸਰਾ, ਚੌਥਾ, ਪੰਜਵਾਂ, ਛੇਵਾਂ, ਯਾਨੀ ਕਿ ਇਧਰਲੇ ਤੋਂ, ਹਾਂ ਫਿਰ ਇਹਦੇ ਤੋਂ ਸ਼ੁਰੂ ਕਰਨਾ ਸੀ, ਉਧਰੋਂ ਨਹੀਂ ਕਰਨਾ। ਲੋਐਸਟ ਨੰਬਰ ਫਿਰ ਵੀ ਉਹਨੂੰ ਮਿਲਣਾ ਚਾਹੀਦਾ, ਠੀਕ ਹੈ। ਤਾਂ ਵਰਡ ਰੂਟ ਕੀ ਬਣ ਗਿਆ ਆਪਣੇ ਕੋਲੇ, ਵਰਡ ਰੂਟ ਵਿਲ ਬੀ ਹੈਗਜ਼, ਹੈਗਜ਼ ਬਣ ਗਿਆ ਨਾ 6 ਕਾਰਬਨ ਵਾਲਾ, ਠੀਕ ਹੈ। ਇੱਕ ਚੀਜ਼ ਆਪਣੀ ਕਲੀਅਰ ਹੋ ਗਈ। ਹੁਣ ਆਹ ਦੇਖੋ ਸਫਿਕਸ ਸੌਰੀ ਪ੍ਰੀਫਿਕਸ ਕੀ ਨੇ ਪ੍ਰਾਇਮਰੀ, ਇੱਕ ਹੈਗਾ ਕਲੋਰੋ, ਇੱਕ ਹੈਗਾ ਨਾਈਟ੍ਰੋ। ਅਲਫਾਬੈਟਿਕ ਆਰਡਰ ਚ C ਪਹਿਲਾਂ ਆ ਜਾਊਗਾ, ਆ ਪਹਿਲੇ ਤੇ ਲੱਗੂਗਾ, ਦੂਜੇ ਤੇ ਲੱਗੂ, ਇਹ ਵੀ ਡਿਸਾਈਡਡ, ਵਰਡ ਰੂਟ ਵੀ ਡਿਸਾਈਡਡ। ਹੁਣ ਅੱਗੇ ਕੀ ਹੈ ਆਪਣੇ ਕੋਲੇ, ਏਨ ਈਨ ਆਈਨ, ਸਾਰੇ ਸਿੰਗਲ ਬੌਂਡ ਹੈ ਨਾ, ਠੀਕ ਹੈ। ਸਿੰਗਲ ਬੌਂਡ ਹੈ ਤਾਂ ਕੀ ਲੱਗ ਜਾਊਗਾ, ਏਨ। ਚੌਥਾ ਕੀ ਆ ਗਿਆ, ਫੰਕਸ਼ਨਲ ਗਰੁੱਪ, ਉਹ ਕੀ ਹੈਗਾ, ਓਇਕ ਐਸਿਡ। ਤਾਂ ਚਾਰੇ ਚੀਜ਼ਾਂ ਆਪਾਂ ਲਿਖ ਲਈਆਂ, ਜਿਹੜੀਆਂ ਚਾਰ ਉਹਦੇ ਚ ਲਿਖਿਆ ਸੀ। ਹੁਣ ਇਹਨੂੰ ਕੰਪਾਈਲ ਕਰਨਾ, ਕੰਪਾਈਲ ਕਰਕੇ ਆਪਾਂ ਨਾਮ ਬਣਾਵਾਂਗੇ। ਉਹ ਕੀ ਬਣ ਜਾਊਗਾ, ਦੇਖੋ ਸਭ ਤੋਂ ਪਹਿਲਾਂ ਕੀ ਆਊਗਾ, ਕਲੋਰੋ ਤੇ ਨਾਈਟ੍ਰੋ ਤੋਂ ਸਟਾਰਟ ਕਰਨਾ ਨਾ,
की आऊगा, पोजीशन मेंशन करनी है, 4 क्लोरो हाइफन नंबर न्यूमरल ते अल्फाबेट ਨੂੰ ਹਮੇਸ਼ਾ ਹਾਈਫਨ ਨਾਲ ਡਿਫਰੈਂਸ਼ੀਏਟ ਕਰਨਾ ਹੈ ਤੇ ਦੋ ਨਿਊਮਰਲਸ ਨੂੰ ਹਮੇਸ਼ਾ ਕੌਮੇ ਨਾਲ। ਜੇ ਮੰਨ ਲਓ ਇੱਥੇ 4 ਤੇ 5 ਲਿਖਣਾ ਹੈ ਤਾਂ ਉਹ ਕੌਮੇ ਨਾਲ ਲਿਖਿਆ ਜਾਊਗਾ, ਜੇ 4 ਦੇ ਨਾਲ ਤੁਸੀਂ ਆ ਕਲੋਰੋ ਲਿਖਿਆ ਤਾਂ ਉਹ ਚ ਹਾਈਫਨ ਆਊਗਾ। ਐਲਫਾਬੈਟ ਤੇ ਨਿਊਮਰਲ ਜਿਹੜੇ ਹੈਗੇ ਨੇ ਉਹ ਹਾਈਫਨ ਨਾਲ ਡਿਸਟਿੰਗੁਇਸ਼ ਹੋਣਗੇ ਤੇ ਜਿਹੜੇ ਦੋ ਨਿਊਮਰਲਸ ਹੈ ਉਹ ਕੌਮੇ ਨਾਲ ਹੋਣਗੇ। ਠੀਕ ਹੈ, ਅੱਗੇ ਕੀ ਆ ਗਿਆ 4 ਕਲੋਰੋ ਤੇ 3 ਨਾਈਟ੍ਰੋ, ਕੱਲਾ ਪਹਿਲਾ ਅੱਖਰ ਵੱਡਾ ਪਊਗਾ ਬਾਕੀ ਸਾਰੇ ਛੋਟੇ। ਇਹ ਇੱਥੋਂ ਤੱਕ ਆਪਣਾ ਪ੍ਰੀਫਿਕਸ ਵਾਲਾ ਕੰਮ ਖਤਮ ਹੋ ਗਿਆ। ਹੁਣ ਕੀ ਲਿਖਣਾ, ਵਰਡ ਰੂਟ ਕੀ ਆ ਜਾਊਗਾ, ਹੈਗਸ, ਸਾਰੇ ਦੇ ਸਾਰੇ ਸਿੰਗਲ ਬੌਂਡ ਹੈ, ਪ੍ਰਾਇਮਰੀ ਸਫਿਕਸ ਕੀ ਆ ਗਿਆ, ਏਨ। ਠੀਕ ਹੈ, ਏਨ ਆ ਗਿਆ। ਹੁਣ ਕੀ ਲਿਖਣਾ ਹੈ ਆਪਾਂ, ਸਫਿਕਸ, ਉਹ ਕੀ ਆ ਗਿਆ 1OH ਐਸਿਡ ਹੈ, 1 ਨੂੰ ਮੈਂਸ਼ਨ ਕਰਨ ਦੀ ਲੋੜ ਨਹੀਂ ਹੁੰਦੀ, ਜੇ ਲਿਖ ਵੀ ਦਿਓਗੇ ਤਾਂ ਵੀ ਗਲਤ ਨਹੀਂ, ਨਹੀਂ ਲਿਖੋਗੇ ਤਾਂ ਵੀ ਗਲਤ ਨਹੀਂ, ਏਨ OH ਐਸਿਡ। ਹਾਂ ਦੱਸ ਦਿਆਂ, ਠੀਕ ਹੈ। ਤਾਂ ਇਹਦੇ ਚ ਕੀ ਆ ਗਿਆ, ਹੁਣ ਆਪਣੇ ਕੋਲੇ ਇੱਕ ਨਵੀਂ ਚੀਜ਼ ਕੀ ਹੈ, ਆ ਆਪਾਂ ਨਾਮ ਲਿਖ ਲਿਆ, ਇਹਦੇ ਚ ਗਲਤੀ ਕੀ ਹੈ, ਆਹਾ ਜਦੋਂ ਆਪਣੇ ਕੋਲੇ ਪ੍ਰਾਇਮਰੀ ਸਫਿਕਸ ਤੇ ਸੈਕੰਡਰੀ ਸਫਿਕਸ ਦੋਨੇ, ਪ੍ਰਾਇਮਰੀ ਸਫਿਕਸ ਵੋਵਲ ਤੇ ਐਂਡ ਹੋਵੇ ਤੇ ਫੰਕਸ਼ਨਲ ਗਰੁੱਪ ਵੋਵਲ ਤੋਂ ਸ਼ੁਰੂ ਹੋਵੇ ਐਜ਼ ਅ ਸਫਿਕਸ, ਤਾਂ ਉਦੋਂ ਆਹ ਵਾਲੀ ਈ ਜਿਹੜੀ ਹੈ ਇਹਨੂੰ ਕੱਟ ਦੇਣਾ। ਠੀਕ ਹੈ, ਇੱਥੇ ਆਪਾਂ ANOH ਐਸਿਡ ਲਿਖਾਂਗੇ, ANOH ਐਸਿਡ, ਏਨ ਦੀ, ਈਨ ਦੀ, ਆਈਨ ਦੀ ਜਿਹੜੀ ਲਾਸਟ ਵਾਲੀ ਈ ਆ ਉਹ ਨਹੀਂ ਆਊਗੀ। ਕਲੀਅਰ ਹੈ, ਠੀਕ ਹੈ। ਦਿਸ ਇਜ਼ ਦਾ 5th ਰੂਲ, ਲਿਖ ਸਕਦੇ ਹੋ ਤੁਸੀਂ। The E of primary suffix, लिखना तो लिख लो, the E of primary suffix must be removed, लिख लो, diminished लिख लो, neglected लिख लो, कुछ भी लिख लो, if the secondary suffix is started from vowel, just for the understanding है, उत्थे रूल अपन नूं लिखने नहीं आने, ठीक है, तुहानूं समझ आने चाहिए। क्लीयर है, तो ये अपने कोले की हो गया, एग्जाम्पल होगी। हुण आपां कुछ एग्जाम्पल्स मैं तुहानूं एज अ होमवर्क दिन्नी आ, नोट इट डाउन, इनू नोट करियो एग्जाम्पल्स नूं। रेड विजिबल नहीं होना, पहला हैगा बेटा, ध्यान नाल नोट करियो। ਜਦੋਂ ਵੀ ਆਪਣੇ ਕੋਲੇ ਜਿਵੇਂ ਆ ਐਗਜ਼ਾਮਪਲ ਮੈਂ ਪਾਈ ਹੈ ਤਾਂ ਇਹਦੇ ਚ ਡਬਲ ਬੌਂਡ ਜਿਹੜਾ ਹੈਗਾ ਉਹ ਪੇਰੈਂਟ ਚੇਂਜ ਇਨਕਲੂਡਡ ਹੋਣਾ ਚਾਹੀਦਾ ਹੈ। ਜਿਵੇਂ ਆਪਾਂ ਫੰਕਸ਼ਨਲ ਗਰੁੱਪ ਨੂੰ ਕਿਹਾ ਸੀ ਨਾ, ਤਾਂ ਇਨਕਲੂਡ ਹੋਣੇ ਚਾਹੀਦੇ ਨੇ, ਠੀਕ ਹੈ।
ठीक है जी। सो दिस इज योर होमवर्क, ਇਹਨੂੰ ਕਰਕੇ ਆਉਣਾ ਰਾਜੇ। ਬਾਕੀ ਜਿਹੜਾ ਰੈਸਟ ਆਪਣਾ ਚੈਪਟਰ ਅੱਜ ਇੰਟਰੋਡਕਸ਼ਨ ਆਪਾਂ ਸਟਾਰਟ ਕਰ ਚੁੱਕੇ ਹਾਂ, ਨੋਮੈਨਕਲੇਚਰ ਆਪਾਂ ਕਰ ਚੁੱਕੇ ਹਾਂ। ਇਸ ਤੋਂ ਬਾਅਦ ਕੱਲ ਜਿਹੜੇ ਲੈਕਚਰ ਚ ਕਰਾਂਗੇ that will be of the cyclic compounds, ਠੀਕ ਹੈ, cyclic compounds ਦਾ ਨੋਮੈਨਕਲੇਚਰ ਕਰਾਂਗੇ। ਅੱਜ ਵਾਸਤੇ this is more than sufficient, ਮਿਲਦੇ ਹਾਂ ਕੱਲ ਦੇ ਲੈਕਚਰ ਚ। ਥੈਂਕ ਯੂ।